ਪਾਰ ਬ੍ਰਹਮ ਬਸੇ ਜੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਬਾਇਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ, ਸਤਿਗੁਰੂ ਜੀ ਦੀ ਅਪਾਰ ਕਿਰਪਾ ਮਿਹਰਾਮਤ ਦੇ ਸਦਕਾ ਜੋ ਲੜੀਵਾਰ ਸ਼ਬਦ ਵਿਚਾਰ ਰੋਜ਼ਾਨਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਥਿੱਤੀ ਗੌੜੀ 296 ਅੰਗ ਤੇ ਜੋ ਸੁਭਾਇਮਾਨ ਹੈ। ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਧਰਤੀ ਦੇ ਉੱਪਰ ਆਏ, ਸੰਸਾਰ ਦੇ ਵਿੱਚ ਆਏ ਨਾ, ਉਹਨਾਂ ਨੇ ਆਪਣੇ ਸਾਰੇ ਘਰੇਲੂ ਕੰਮ ਜਿਹੜੇ ਨੇ ਉਹ ਛੱਡੇ ਨੇ। ਥੋੜਾ ਜਿਹਾ ਧਿਆਨ ਨਾਲ ਸੁਣਨਾ ਕਿ ਸਾਧੂ ਕੱਲਾ ਗੱਲਾਂ ਨਾਲ ਨਹੀਂ ਬਣਿਆ ਜਾਂਦਾ, ਜਾਂ ਭੇਖ ਬਣਾ ਕੇ ਨਹੀਂ ਬਣਿਆ ਜਾਂਦਾ। ਵਿਚਾਰ ਗੱਲਾਂ ਕਰਨੀਆਂ ਆ ਜਾਣ ਤੇ ਭੇਖ ਬਣਾ ਲਓ ਤੇ ਬੰਦਾ ਸਾਧੂ ਬਣ ਜਾਂਦਾ ਹੈ। ਆਪਣਾ ਆਪ ਉਜਾੜਨਾ ਪੈਂਦਾ ਹੈ, ਆਪਣਾ ਆਪ ਉਜਾੜ ਕੇ ਦੂਜੇ ਨੂੰ ਵਸਾਉਣਾ ਪੈਂਦਾ ਹੈ। ਆਪ ਭੁੱਖਿਆਂ ਰਹਿ ਕੇ ਦੂਜੇ ਦਾ ਪੇਟ ਭਰਨਾ ਪੈਂਦਾ ਹੈ। ਆਪ ਨੂੰ ਚਾਹੇ ਪ੍ਰਸ਼ਾਦਾ ਮਿਲੇ ਚਾਹੇ ਨਾ ਮਿਲੇ, ਪਰ ਦੂਜੇ ਦੀ ਪ੍ਰਸ਼ਾਦੇ ਦਾ ਇੰਤਜ਼ਾਮ ਕਰਨਾ ਪੈਂਦਾ ਹੈ। ਇਹਨੂੰ ਕਹਿੰਦੇ ਨੇ ਸਾਧੂ। ਪਰ ਜਿਹੜੇ ਭੇਖੀ ਹੁੰਦੇ ਨੇ ਉਹ ਕਹਿੰਦੇ ਵੀ ਤੁਹਾਡੇ ਕੋਲ ਬਚੇ ਚ ਨਾ ਬਚੇ, ਸਾਨੂੰ ਮਿਲਣਾ ਜ਼ਰੂਰ ਚਾਹੀਦਾ ਹੈ, ਸਾਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਇੰਨਾ ਕੁ ਫਰਕ ਹੈ ਜਿਹੜਾ ਸੱਚਾ ਸਾਧੂ ਹੁੰਦਾ ਹੈ ਤੇ ਜਿਹੜਾ ਝੂਠਾ ਸਾਧੂ ਹੁੰਦਾ ਹੈ। ਸੋ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਆਏ ਤੇ ਉਹਨਾਂ ਨੇ ਇਹਨਾਂ ਸੰਸਾਰ ਦੇ ਜੀਵਾਂ ਲਈ ਆਪਣੇ ਬਾਪੂ ਤੋਂ ਮਾਰ ਖਾਧੀ ਹੈ। ਮਹਿਤਾ ਕਾਲੂ ਜੀ ਤੋਂ ਮਾਰ ਖਾਧੀ। ਉਹ ਕਹਿੰਦੇ 20 ਰਜਤਪਣ 20 ਰੁਪਈਏ ਲੈ ਜਾ ਤੇ ਸੱਚਾ ਸੌਦਾ ਕਰਕੇ ਆਉਣਾ ਹੈ। ਤੇ ਉਹਨਾਂ ਨੇ ਆਪ ਤਾਂ ਮਾਰ ਸਹਿ ਲਈ, ਪਰ ਉਹਨਾਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ, ਰੋਟੀ ਦੇ ਦਿੱਤੀ ਉਹਨਾਂ ਨੂੰ। ਸੋ ਉਹ ਬਾਬਾ ਜਦੋਂ ਬਾਬਾ ਦੇਖੇ ਧਿਆਨ ਧਰ, ਉਸ ਬਾਬੇ ਨੇ ਜਦੋਂ ਵੇਖਿਆ ਵੀ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਭੁੱਖਾ ਨਹੀਂ, ਕਈ ਭੁੱਖੇ ਨੇ। ਕੋਈ ਰੋਟੀ ਦੀ ਭੁੱਖ ਲੈ ਕੇ ਬੈਠਾ ਹੈ, ਕਿਸੇ ਨੂੰ ਦੁੱਖ ਲੱਗੇ ਹੋਏ ਨੇ, ਕਿਸੇ ਨੂੰ ਆਤਮਾ ਦੀ ਖੁਰਾਕ ਚਾਹੀਦੀ ਹੈ। ਜਲਤੀ ਸਭ ਪ੍ਰਿਥਵੀ ਦੇ ਸਿਆਈ। ਬਾਬੇ ਨੇ ਧਿਆਨ ਮਾਰਿਆ ਤੇ ਐਂ ਲੱਗਾ ਵੀ ਸਾਰੀ ਪ੍ਰਿਥਵੀ ਸੜਦੀ ਪਈ ਹੈ। ਬਾਜੋ ਗੁਰੂ ਗੁਬਾਰ ਹੈ, ਹਨੇਰਾ ਹੈ, ਭਰਮ ਦੇ ਵਿੱਚ ਪਏ ਹੋਏ ਨੇ ਲੋਕ। ਹੈ ਕਰਦੀ ਸੁਣੀ ਲੁਕਾਈ, ਹਾਹਾਕਾਰ ਮੱਚੀ ਪਈ ਹੈ ਲੁਕਾਈ ਦੇ ਵਿੱਚ। ਤੇ ਫਿਰ ਬਾਬੇ ਨੇ ਕੀ ਕੀਤਾ, ਕਹਿੰਦੇ ਬਾਬੇ ਭੇਖ ਬਣਾਇਆ। ਬਾਬੇ ਨੇ ਫਿਰ ਲਿਬਾਸ ਪਾ ਲਿਆ ਸਾਧੂਆਂ ਵਾਲਾ, ਉਦਾਸੀ ਦੀ ਰੀਤ ਚਲਾਈ, ਉਦਾਸੀ ਦੀ ਰੀਤ ਚਲਾਈ। ਤੇ ਫਿਰ ਕੀ ਕਹਿੰਦੇ ਨੇ, ਕਹਿੰਦੇ ਚੜਿਆ ਸੋਧਣ ਧਰਤ ਲੁਕਾਈ। ਸਾਧੂ ਬੰਨਾ ਕਿਤੇ ਸੌਖਾ ਜਾ ਪਿਆ ਹੈ। ਧਰਤੀ ਨੂੰ ਸੋਧਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪੈਂਦੇ ਨੇ। ਚੜਿਆ ਸੋਧਣ ਧਰਤ ਲੁਕਾਈ। ਪਰ ਅੱਜ ਦਾ ਜਿਹੜਾ ਸਾਧੂ ਹੈ ਜਾਂ ਗੁਰਬਾਣੀ ਪੜ੍ਹਨ ਵਾਲਾ ਹੈ, ਉਹਨੂੰ ਕਹਿ ਦੋ ਵੀ ਆ ਭਲਾ ਕਰਨਾ ਕਿਸੇ ਦਾ, ਉਹ ਭਲਾ ਤੇ ਛੱਡੋ, ਉਹਦੀ ਜ਼ੁਬਾਨ ਦੇ ਵਿੱਚ ਰਸਨਾ ਦੇ ਵਿੱਚ ਮਿਠਾਸ ਹੀ ਨਹੀਂ ਹੁੰਦੀ। ਮਿੱਠਾ ਬੋਲ ਨਹੀਂ ਬੋਲਣਾ ਆਉਂਦਾ ਉਹਨੂੰ, ਭਾਵੇਂ ਉਹ ਸਿੱਖ ਹੀ ਕਿਉਂ ਨਾ ਹੋਵੇ। ਮਿੱਠਾ ਬੋਲਣਾ ਭੁੱਲ ਚੁੱਕੇ ਹਾਂ ਅਸੀਂ। ਰੱਬ ਨੂੰ ਕਹਿੰਦੇ ਆ ਵੀ ਰੱਬ ਜੀ ਤੂੰ ਸਾਡੇ ਨਾਲ ਵਿਗੜਨਾ ਨਹੀਂ ਚਾਹੀਦਾ, ਤੇ ਸਾਡੇ ਤੋਂ ਮਿੱਠਾ ਬੋਲਿਆ ਹੀ ਨਹੀਂ ਜਾਂਦਾ, ਤੇ ਵੇਖ ਰੱਬ ਹੁਣ ਕਿੰਨਾ ਕੁ ਚਿਰ ਸਾਡੇ ਨਾਲ ਭਲਾ ਕਰਦਾ ਰਹੇਗਾ। ਅਸਲ ਦੇ ਵਿੱਚ ਨਾ ਜਦੋਂ ਵੀ ਅਸੀਂ ਸੰਸਾਰ ਦੇ ਵਿੱਚ ਆਏ ਹਾਂ
ਸਾਨੂੰ ਜੰਮਦਿਆਂ ਨੂੰ ਇਹ ਸਿਖਾਇਆ ਜਾਂਦਾ ਵੀ ਲੁੱਟਣਾ ਸਿੱਖੋ, ਲੁੱਟਣਾ ਸਿੱਖੋ, ਵੰਡਣਾ ਨਹੀਂ। ਕਿਉਂ ਭਲਾ? ਸਕੂਲ ਦੇ ਵਿੱਚ ਜਦੋਂ ਅਸੀਂ ਜਾਂਦੇ ਆ, ਚਲੋ ਇੱਕ ਸੰਸਾਰੀ ਗੱਲ ਹੈ, ਪਰ ਗੱਲ ਬਹੁਤ ਵੱਡੀ ਹੈ। ਉਦੋਂ ਹੀ ਸਾਨੂੰ ਮਾਪੇ ਗਾਲਾਂ ਕੱਢਣ ਲੱਗ ਪੈਂਦੇ ਨੇ ਵੀ ਜੇ ਤੂੰ ਪੜ੍ਹੇਗਾ ਨਹੀਂ ਨਾ ਤੇ ਕਮਾਏਗਾ ਕੀ ਤੇ ਖਾਏਗਾ ਕੀ। ਸਾਨੂੰ ਸਮਝ ਲੈਣਾ ਚਾਹੀਦਾ ਵੀ ਅਸੀਂ ਸਕੂਲ ਦੇ ਵਿੱਚ ਜਾਂਦੇ ਹੀ ਕੁਛ ਨਾ ਕੁਛ ਕਮਾਉਣ ਵਾਸਤੇ ਆ। ਪਰ ਜੇ ਕਿੰਨਾ ਚੰਗਾ ਹੋਵੇ ਜੇ ਇਹ ਆਖਿਆ ਜਾਵੇ ਵੀ ਤੂੰ ਬੰਦੇ ਤੋਂ ਦੇਵਤਾ ਬਣ ਜਾਏਗਾ। ਜੇ ਸਕੂਲ ਦੇ ਵਿੱਚ ਵਿਦਿਆ ਪੜ੍ਹ ਲੇਗਾ ਤੇ ਘੱਟੋ ਘੱਟ ਤੈਨੂੰ ਇਹ ਤਾਂ ਪਤਾ ਚੱਲ ਜਾਏਗਾ ਵੀ ਕੀ ਗਲਤ ਹੈ ਤੇ ਕੀ ਸਹੀ ਹੈ। ਇਹਨਾਂ ਤਾਂ ਤੈਨੂੰ ਪਤਾ ਚੱਲ ਹੀ ਜਾਵੇਗਾ ਨਾ। ਸੋ ਇਸ ਕਰਕੇ ਜਦੋਂ ਸਕੂਲ ਦੇ ਵਿੱਚ ਜਾਣ ਲੱਗੇ ਸਾਨੂੰ ਉਦੋਂ ਹੀ ਸਿਖਾ ਦਿੱਤਾ ਵੀ ਕਹਿੰਦੇ ਵੇਖ ਫਲਾਣੇ ਦਾ ਬੱਚਾ ਪੜ੍ਹਦਾ ਸੀ ਤੇ ਅੱਜ ਬਿਜ਼ਨਸਮੈਨ ਬਣ ਗਿਆ। ਪਰ ਇਹ ਕਦੇ ਨਹੀਂ ਦੱਸਿਆ ਜਾਂਦਾ ਵੀ ਫਲਾਣੇ ਬੱਚੇ ਨੇ ਵੇਖ ਗੁਰਸਿੱਖੀ ਧਾਰਨ ਕੀਤੀ ਸੀ, ਅੱਜ ਉਹ ਬਾਣੀ ਪੜ੍ਹਦਾ ਹੈ, ਸਵੇਰੇ ਗੁਰਦੁਆਰਾ ਸਾਹਿਬ ਜਾਂਦਾ ਹੈ, ਮੈਂ ਵੇਖਦਾ ਉਹਨੂੰ ਜੋੜਾ ਘਰ 'ਚ ਸੇਵਾ ਕਰਦਾ ਹੁੰਦਾ ਹੈ, ਨਿਤਨੇਮ ਕਰਦਾ ਹੁੰਦਾ ਹੈ, ਸੇਵਾ ਕਰਦਾ ਹੁੰਦਾ ਹੈ, ਝਾੜੂ ਲਾ ਰਿਹਾ ਹੁੰਦਾ ਹੈ। ਪੁੱਤ ਤੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਜਾਇਆ ਕਰ। ਆਪਾਂ ਜਿੰਨੇ ਵੀ ਸਰੀਰ ਬੈਠੇ ਆ, ਮੈਨੂੰ ਨਹੀਂ ਲੱਗਦਾ ਵੀ ਕਿਸੇ ਬੰਦੇ ਨੇ ਅਜੇ ਤੱਕ ਮਾਂ ਨੇ ਜਾਂ ਪਿਓ ਨੇ ਇਹ ਗੱਲ ਆਪਣੇ ਬੱਚੇ ਨੂੰ ਆਖੀ ਹੋਵੇਗੀ ਵੀ ਫਲਾਣੇ ਦਾ ਬੱਚਾ ਗੁਰਦੁਆਰੇ ਜਾ ਕੇ ਸੇਵਾ ਕਰਦਾ, ਤੂੰ ਵੀ ਜਾ ਕੇ ਕਰਿਆ ਕਰ। ਨਹੀਂ ਆਖੀ ਹੋਵੇਗੀ। ਹੁਣ ਦੱਸ ਨਹੀਂ ਸਕਦੇ ਆਪਾਂ, ਬਲ ਆਖੀ ਕਿਸੇ ਨੇ ਨਹੀਂ ਹੋਣੀ ਇਹ ਗੱਲ। ਕਿਉਂਕਿ ਅਸੀਂ ਉਦੋਂ ਬੱਚੇ ਨੂੰ ਕਹਿੰਦੇ ਆ ਜਦੋਂ ਉਹ ਵਿਗੜ ਚੁੱਕਾ ਹੁੰਦਾ ਹੈ ਜਾਂ ਫਿਰ ਉਹਦੇ ਔਗਣ ਤੇ ਪਰਦਾ ਪਾਉਣਾ ਹੁੰਦਾ, ਉਦੋਂ ਉਹਨੂੰ ਕਹਿੰਦੇ ਭੱਜ ਕੇ ਜਾ, ਹੁਣ ਗੁਰਦੁਆਰੇ ਜਾ, ਹੁਣ ਉੱਥੇ ਤੇਰਾ ਬਚਾਅ ਹੋ ਸਕਦਾ ਹੀ। ਪਰ ਕਿਉਂ ਨਾ ਅਸੀਂ ਉਸ ਤੋਂ ਪਹਿਲਾਂ ਹੀ ਉਹਨੂੰ ਭਟਕਣ ਤੋਂ ਪਹਿਲਾਂ ਹੀ ਉਹਨੂੰ ਬਚਾ ਲਈਏ, ਕਿਉਂਕਿ ਅਸੀਂ ਖੁਦ ਨਹੀਂ ਬਚੇ ਹੋਏ, ਖੁਦ ਵਹਿਮ ਦੇ ਵਿੱਚ ਪੈ ਗਏ, ਭਰਮ ਦੇ ਵਿੱਚ ਪੈ ਗਏ। ਜਿਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਇਹ ਬਾਣੀ ਉਚਾਰਨੀ ਪਈ। ਇਹ ਬਾਣੀ ਕਿਹੜੀ ਹੈ? ਥਿੱਤੀ। ਥਿੱਤੀ ਦਾ ਅਰਥ ਹੁੰਦਾ ਜਿਵੇਂ ਆਪਾਂ ਮਨਾਉਂਦੇ ਆ ਏਕਮ, ਦੂਜ, ਤੀਜ, ਚੌਥ, ਇਦਾਂ ਕਰਕੇ ਜਿਹੜੇ ਆ 10ਵੀਂ 9ਵੀਂ। ਇਹਨਾਂ ਦਾ ਕੀ ਕਾਰਨ ਵਿੱਚ? ਮਿਲਣਾ ਅਸੀਂ ਰੱਬ ਨੂੰ ਹੈ, ਧਿਆਉਣਾ ਅਸੀਂ ਰੱਬ ਨੂੰ ਹੈ, ਮੇਲ ਜੋਲ ਸਾਡਾ ਰੱਬ ਨਾਲ ਹੋਣਾ ਹੈ। ਆ ਵਿੱਚ ਰੋਟੀ ਛੱਡ ਦਿਓ ਜੀ, ਰੋਟੀ ਖਾ ਲਿਓ, ਨੰਗੇ ਪੈਰੀ ਆ ਜਿਓ ਜੀ, ਇਸ਼ਨਾਨ ਕਰ ਲਿਓ, 4 ਦਿਨ ਗੁਰਦੁਆਰੇ ਦੇ ਵਿੱਚ ਆਉਣਾ, 40 ਦਿਨ ਆਉਣਾ। ਇਹਦਾ ਮਤਲਬ ਕੀ ਹੈਗਾ? ਜਿਹੜੀ ਪ੍ਰੀਤ ਹੈ ਪ੍ਰਮਾਤਮਾ ਜੀਆਂ ਦੇ ਨਾਲ, ਉਹ ਹਿਰਦੇ ਦੇ ਵਿੱਚੋਂ ਹੈ, ਦਿਲ ਦੇ ਵਿੱਚੋਂ ਹੈ, ਗੁਣਾਂ ਦੇ ਨਾਲ ਹੈ ਕਿ ਪ੍ਰਮਾਤਮਾ ਦੇ ਨਾਲ ਆਪਣੇ ਗੁਣ ਇੱਕੋ ਜਿਹੇ ਕਰਕੇ ਵੇਖਣੇ ਵੀ ਉਹਦੇ ਗੁਣ ਕਿਹੋ ਜਿਹੇ ਨੇ ਤੇ ਮੇਰੇ ਗੁਣ ਕਿਹੋ ਜਿਹੇ ਨੇ। ਵਿੱਚ ਆ ਜਿਹੜੀਆਂ ਥਿੱਤਾਂ, ਵਾਰਾਂ, ਮਹੀਨੇ, ਸੰਗਰਾਂਦਾਂ, ਮੱਸਿਆ, ਪੂਰਨਮਾਸ਼ੀਆਂ ਆ ਜਾਂਦੀਆਂ ਨੇ, ਇਹਨਾਂ ਦੇ ਵਿੱਚ ਤਾਂ ਸਾਡਾ ਮਤਲਬ ਹੀ ਕੋਈ ਨਹੀਂ ਹੈ। ਪਹਿਲਾਂ ਇਹ ਸਮਝ ਲਈਏ ਵੀ ਅਸੀਂ ਰੱਬ ਮਨਾਉਣਾ ਜਾਂ ਮੱਸਿਆ ਮਨਾਉਣੀ ਹੈ, ਅਸੀਂ ਪਰਮਾਤਮਾ ਮਨਾਉਣਾ ਜਾਂ ਸੰਗਰਾਂਦ ਮਨਾਉਣੀ ਹੈ। ਮਨਾਉਣਾ ਕੀ ਹੈਗਾ ਹੈ? ਸਾਨੂੰ ਰੱਬ ਚਾਹੀਦਾ ਹੈ। ਥਿੱਤਾਂ ਵਾਰਾਂ ਬਦਲਦੀਆਂ ਰਹਿਣਗੀਆਂ, ਆਉਂਦੀਆਂ ਰਹਿਣਗੀਆਂ, ਆਉਂਦੀਆਂ ਜਾਂਦੀਆਂ ਰਹਿਣਗੀਆਂ, ਇਹਨਾਂ ਦੇ ਵਿੱਚ ਸਾਨੂੰ ਕੋਈ ਲਾਭ ਨਹੀਂ ਹੈਗਾ, ਬਿਲਕੁਲ ਕੋਈ ਲਾਭ ਨਹੀਂ ਹੈਗਾ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਕੱਲ ਦੇ ਦੀਵਾਨ ਦੇ ਵਿੱਚ ਆਪਾਂ ਸਰਵਣ ਕੀਤਾ ਸੀ, ਏਕਮ ਏਕੰਕਾਰ ਪ੍ਰਭ, ਜਿਹਨੂੰ ਕਹਿੰਦੇ ਨੇ ਪਹਿਲਾ ਦੂਜੀ ਵੀ ਗੱਲ ਹੋ ਗਈ। ਥਿੱਤਾਂ ਜਿਹੜੀਆਂ ਨੇ, ਥਿੱਤ ਤੋਂ ਭਾਵ ਤਰੀਕਾਂ ਜਿਹੜੀਆਂ ਮਿੱਥੀਆਂ ਹੋਈਆਂ ਨੇ। ਅਸਲ ਦੇ ਵਿੱਚ ਜਦੋਂ ਵੀ ਅਸੀਂ ਪਰਮਾਤਮਾ ਜੀਆਂ ਦੀ ਗੱਲ ਕਰਦੇ ਹਾਂ ਨਾ ਕਿ ਅਸੀਂ ਪਰਮਾਤਮਾ ਨੂੰ ਲੱਭਣਾ ਹੈ, ਅਸੀਂ ਪੁੱਛਦੇ ਭਾਵੇਂ ਇਨਸਾਨ ਤੋਂ ਹੈ, ਠੀਕ ਹੈ, ਸਾਨੂੰ ਇਨਸਾਨ ਤੋਂ ਹੀ ਪੁੱਛਣਾ ਪੈਣਾ ਹੈ, ਕਿਸੇ ਮਨੁੱਖ ਤੋਂ ਹੀ ਪੁੱਛਣਾ ਪੈਣਾ ਹੈ। ਪਰ ਕਿੰਨਾ ਚੰਗਾ ਹੋਵੇ ਜੇ ਸਾਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਜੀਆਂ ਤੋਂ ਪੁੱਛਣ ਦਾ ਮੌਕਾ ਮਿਲੇ ਵੀ ਅਸੀਂ ਮਹਾਰਾਜ ਅਸੀਂ ਕਰੀਏ ਕੀ, ਦੁੱਖ ਬੜੇ ਲੱਗੇ ਨੇ, ਬੜੀ ਚੱਕਰਾਂ 'ਚ ਪਏ ਹੋਏ ਆ, ਭਟਕਣਾ ਬਣੀ ਹੋਈ ਹੈ, ਮਨ ਨੂੰ ਸ਼ਾਂਤੀ ਨਹੀਂ ਮਿਲ ਰਹੀ। ਇਹੀ ਗੱਲ ਹੈ ਨਾ। ਹੋਰ ਸੰਸਾਰ ਦੇ ਵਿੱਚ ਦੁੱਧ, ਪੁੱਤ, ਧੀਆਂ, ਪੁੱਤਰ ਸਭ ਕੁਝ ਸਾਡੇ ਕੋਲ ਹੈਗਾ। ਮਹਾਰਾਜ ਦੇ ਕੋਲ ਅਸੀਂ ਇਹੀ ਗੱਲ ਆਣ ਕੇ ਨਹੀਂ ਗੱਲ ਆਖਦੀ ਕਿ ਮਹਾਰਾਜ ਅੰਦਰ ਨੂੰ ਸ਼ਾਂਤੀ ਨਹੀਂ ਹੈਗੀ, ਹੈਗੀ ਬਿਲਕੁਲ ਵੀ ਨਹੀਂ ਹੈ। ਭਾਵੇਂ ਕਿ ਸਾਡੇ ਕੋਲ ਇਹ ਸਾਰਾ ਕੁਝ ਹੈਗਾ ਅੱਜ, ਪਰ ਸਾਡਾ ਮਨ ਸ਼ਾਂਤ ਨਹੀਂ ਹੈ। ਸ਼ਾਂਤ ਦਾ ਮਤਲਬ ਹੁੰਦਾ ਬਿਲਕੁਲ ਧੀਰਜ ਦੇ ਵਿੱਚ ਆ ਜਾਣਾ, ਠੰਡਾ ਹੋ ਜਾਣਾ, ਸ਼ੀਤਲ ਹੋ ਜਾਣਾ,
ਤੇ ਜਦੋਂ ਦਿਲ ਤੇ ਦਿਮਾਗ ਠੰਡਾ ਹੋ ਜਾਵੇ ਨਾ, ਕਦੀ ਵੀ ਤੁਸੀਂ ਵੇਖੋ ਬੰਦੇ ਦੀ ਰਸਨਾ, ਬੰਦੇ ਦੀ ਜੀਭਾ ਦੇ ਵਿੱਚ ਇੰਨੀ ਮਿਠਾਸ ਆ ਜਾਂਦੀ ਹੈ ਕਿ ਸਾਨੂੰ ਇਉਂ ਲੱਗਦਾ ਹੈ ਕਿ ਰੱਬ ਨੇ ਸਪੈਸ਼ਲ ਘੜ ਕੇ ਸੰਸਾਰ ਦੇ ਵਿੱਚ ਭੇਜਿਆ ਹੋਇਆ ਹੈ। ਸਪੈਸ਼ਲ ਸੰਸਾਰ ਦੇ ਵਿੱਚ ਇਸ ਬੰਦੇ ਨੂੰ ਘਾੜਤ ਕਰਕੇ ਭੇਜਿਆ ਹੋਇਆ ਹੈ। ਕਿਉਂ? ਕਿਉਂਕਿ ਜਦੋਂ ਨਿਮਰਤਾ ਆ ਗਈ, ਜਦੋਂ ਨੀਵੇਂ ਰਹਿਣ ਦਾ ਢੰਗ ਆ ਗਿਆ, ਜਦੋਂ ਸਾਰੇ ਚੰਗੇ ਨੇ ਤੇ ਮੈਂ ਬੁਰਾ ਦਾ ਪਤਾ ਲੱਗ ਗਿਆ, ਤੇ ਫਿਰ ਮੰਦਾ ਕਿਹਨੂੰ ਬੋਲਣਾ ਹੈ? ਜਦੋਂ ਇਹ ਪਤਾ ਲੱਗ ਗਿਆ ਵੀ ਕਬੀਰ ਸਭ ਤੇ ਹਮ ਪੁਰੇ, ਫਿਰ ਮੰਦਾ ਕੌਣ ਰਹਿ ਗਿਆ? ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਈ ਵਾਰੀ ਅਸੀਂ ਕਹਿੰਦੇ ਵੀ ਬੁਰਾ ਕਿਉਂਕਿ ਸਾਡੀ ਬਿਰਤੀ ਇਹੋ ਜਿਹੀ ਹੈ। ਵੈਸੇ ਤਾਂ ਇਹ ਜਿਹੜਾ ਧਰਮ ਹੈ ਸ਼ਰਧਾ ਦੇ ਵਿੱਚੋਂ ਨਹੀਂ ਉਪਜਿਆ। ਸਾਨੂੰ ਇੱਕ ਗੱਲ ਬਿਲਕੁਲ ਚੰਗੀ ਤਰ੍ਹਾਂ ਜਾਣ ਲੈਣੀ ਚਾਹੀਦੀ ਹੈ ਵੀ ਸਿੱਖ ਧਰਮ ਜਿਹੜਾ ਨਾ ਉਹ ਸ਼ਰਧਾ ਦੇ ਵਿੱਚੋਂ ਨਹੀਂ ਉਪਜਿਆ, ਤਰਕ ਦੇ ਵਿੱਚੋਂ ਉਪਜਿਆ ਹੈ। ਸ਼ਰਧਾ ਦੇ ਵਿੱਚੋਂ ਨਹੀਂ ਹੈਗਾ ਇਹ ਤਰਕ ਦੇ ਵਿੱਚੋਂ ਨਿਕਲਿਆ ਹੈ। ਕਿਵੇਂ ਤਰਕ ਦੇ ਵਿੱਚੋਂ ਨਿਕਲਿਆ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਹਰਿਦੁਆਰ ਜਾਂਦੇ ਨੇ ਤਾਂ ਸਾਰੇ ਜਿਹੜੇ ਪੰਡਤ ਸਾਹਿਬਾਨ ਨੇ ਉਹ ਸੂਰਜ ਵੱਲ ਨੂੰ ਪਾਣੀ ਦਿੰਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਪੱਛਮ ਵੱਲ ਨੂੰ ਦੇਣ ਲੱਗ ਪੈਂਦੇ ਨੇ ਪਾਣੀ। ਤਰਕ ਚੋਂ ਨਿਕਲਿਆ ਨਾ ਧਰਮ। ਫਿਰ ਇਸੇ ਤਰੀਕੇ ਦੇ ਨਾਲ ਉਹ ਜਦੋਂ ਆਰਤੀ ਕਰਦੇ ਨੇ, ਮਹਾਰਾਜ ਕਹਿੰਦੇ ਨੇ ਤੁਸੀਂ ਕਿਹੜੀ ਸਪੈਸ਼ਲ ਆਰਤੀ ਕਰਦੇ ਪਏ ਹੋ? ਆਰਤੀ ਤਾਂ ਪਹਿਲਾਂ ਹੀ ਹੋ ਰਹੀ ਹੈ, ਫੁੱਲਾਂ ਦੇ ਵਿੱਚੋਂ ਖੁਸ਼ਬੂ ਨਿਕਲਦੀ ਹੈ, ਪੌਣ ਚਵਰ ਕਰਦੀ ਪਈ ਹੈ, ਚੰਦਰਮਾ ਜਿਹੜੇ ਆਕਾਸ਼ ਦੇ ਵਿੱਚ ਨੇ ਉਹ ਜਿਹੜੇ ਤਾਰੇ ਨੇ ਉਹ ਮੋਤੀਆਂ ਦੀ ਤਰ੍ਹਾਂ ਨੇ, ਤੁਸੀਂ ਕਿਹੜੀ ਵੱਖਰੀ ਆਰਤੀ ਕਰਨੀ ਚਾਹੁੰਦੇ ਹੋ? ਸੋ ਇਸ ਕਰਕੇ ਜਦੋਂ ਅਸੀਂ ਗੁਰਦੁਆਰੇ ਆਉਣੇ ਆ, ਜੇ ਆਪਾਂ ਕਿਸੇ ਨੂੰ ਸਮਝਾ ਦਈਏ ਕਿ ਭਾਈ ਇਹ ਕਰਮ ਨਹੀਂ ਕਰੀਦਾ, ਨੰਗੇ ਪੈਰੀ ਗੁਰਦੁਆਰੇ ਵਿੱਚ ਆਉਣ ਦਾ ਕੋਈ ਲਾਭ ਨਹੀਂ, ਅਗਲਾ ਕਹਿ ਦਿੰਦਾ ਸਾਡੀ ਸ਼ਰਧਾ ਹੈ। ਸਮਝ ਲਓ ਗੁਰੂ ਨਾਨਕ ਸਾਹਿਬ ਜੀ ਦੇ ਪਸੰਦ ਦਾ ਉਹ ਬੰਦਾ ਹੀ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਜੀ ਦਾ ਧਰਮ ਤਰਕ ਚੋਂ ਨਿਕਲਿਆ, ਸ਼ਰਧਾ ਚੋਂ ਨਹੀਂ, ਤਰਕ ਦੇ ਵਿੱਚੋਂ ਨਿਕਲਿਆ। ਜਦੋਂ ਅਸੀਂ ਕਹਿ ਦਿੰਦੇ ਸਾਡੀ ਸ਼ਰਧਾ ਹੈ ਤੇ ਸਾਡੀ ਸ਼ਰਧਾ ਦਾ ਮਤਲਬ ਗੁਰੂ ਨਾਨਕ ਸਾਹਿਬ ਨਾਲ ਸਾਡੀ ਕੋਈ ਨਹੀਂ ਬਣਦੀ, ਸਾਡੀ ਆਪਣੀ ਮਨਮਰਜ਼ੀ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨਾਲ ਸਾਡੀ ਬਣ ਲੱਗ ਪਈ, ਫਿਰ ਅਸੀਂ ਇਨਸਾਨਾਂ ਵਾਂਗੂ ਰਵਾਂਗੇ। ਇਨਸਾਨ ਦੀ ਕੀ ਜ਼ਰੂਰਤ ਹੈ? ਤਨ ਤੇ ਕੱਪੜਾ, ਸਿਰ ਤੇ ਦਸਤਾਰ, ਸਿਰ ਨੂੰ ਢੱਕਣ ਵਾਸਤੇ, ਤੇ ਪੈਰਾਂ ਦੇ ਵਿੱਚ ਚੱਪਲਾਂ ਜੋੜੇ। ਗੁਰੂ ਨਾਨਕ ਸਾਹਿਬ ਜੀ ਜਿੱਥੇ ਵੀ ਗਏ, ਕਦੀ ਤੁਸੀਂ ਦੇਖਿਆ ਵੀ ਉਹਨਾਂ ਨੇ ਕਦੀ ਇਹੋ ਜਿਹਾ ਆਖਿਆ ਵੀ ਮੈਂ ਨੰਗੇ ਪੈਰੀ ਰਹਿਣਾ ਜਾਂ ਜਾਣਾ ਜਾਂ ਹੀ? ਇਹੋ ਜੀ ਕੋਈ ਵੀ ਗੱਲ ਨਹੀਂ ਹੈਗੀ। ਇਸ ਕਰਕੇ ਇਹਨਾਂ ਥਿੱਤਾਂ ਵਾਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਸਤਿਗੁਰੂ ਜੀ ਕਹਿੰਦੇ ਨੇ ਕਰੋ ਬੰਦਨਾ ਅਣਕ ਵਾਰ। ਅਣਕ ਵਾਰ, ਹੁਣ ਹਮੇਸ਼ਾ ਵਾਰੀ ਅਸੀਂ ਬੰਦਨਾ ਕਰਾਂਗੇ। ਇਹਦੇ ਵਾਸਤੇ ਸਾਨੂੰ ਕਿਸੇ ਥਿੱਤ ਦੀ ਲੋੜ ਨਹੀਂ ਹੈ, ਸਾਨੂੰ ਕਿਸੇ ਮੱਸਿਆ ਦੀ ਲੋੜ ਨਹੀਂ ਹੈ, ਸਾਨੂੰ ਕਿਸੇ ਸੰਗਰਾਂਦ ਦੀ ਲੋੜ ਨਹੀਂ ਹੈ। ਹਮੇਸ਼ਾ ਅਣਕ ਵਾਰ ਜਦੋਂ ਅਸੀਂ ਬਾਰ-ਬਾਰ ਗੁਰੂ ਨੂੰ ਬੰਦਨਾ ਕਰਾਂਗੇ ਨਾ, ਸ਼ਰਨ ਪਰੋ ਹਰ ਰਾਏ, ਮਹਾਰਾਜ ਕਹਿੰਦੇ ਨੇ ਸ਼ਰਨ ਪੈ ਜਾ ਗੁਰੂ ਦੀ। ਗੁਰੂ ਦੀ ਸ਼ਰਨ ਦੇ ਵਿੱਚ ਜਦੋਂ ਆ ਜਾਵੇਗਾ ਤੇ ਭਰਮ ਕੱਟੀਏ ਨਾਨਕ ਸਾਧ ਸੰਗ, ਤੇਰੇ ਅੰਦਰ ਦਾ ਭਰਮ ਕੱਟਿਆ ਜਾਵੇਗਾ। ਭਰਮ ਜਿਹੜਾ ਹੈ ਨਾ ਉਹ ਦੂਰ ਹੋ ਜਾਵੇਗਾ, ਤੇਰੇ ਅੰਦਰ ਦਾ ਭਰਮ ਕੱਟਿਆ ਜਾਵੇਗਾ। ਜਦੋਂ ਅਸੀਂ ਗੁਰੂ ਘਰ ਵਿਖੇ ਆਉਣੇ ਆ ਨਾ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ, ਵੈਸੇ ਇਹ ਰੀਤ ਗੁਰੂ ਨਾਨਕ ਸਾਹਿਬ ਜੀਆਂ ਤੋਂ ਚੱਲ ਪਈ ਸੀ, ਪਰ ਜ਼ਿਆਦਾ ਪ੍ਰਚਲਿਤ ਜਿਹੜੀ ਹੈ, ਮਸ਼ਹੂਰ ਜਿਹੜੀ ਕਹਿ ਸਕਦੇ ਆ, ਉਹ ਗੁਰੂ ਅਮਰਦਾਸ ਸਾਹਿਬ ਜੀਆਂ ਤੋਂ ਆਰੰਭ ਹੋਈ ਸੀ ਕਿ ਪਹਿਲੇ ਪੰਗਤ ਪਾਛੇ ਸੰਗਤ। ਇਹਦਾ ਅਰਥ ਪਤਾ ਕੀ ਹੈ? ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਜਾਵੇ, ਬਾਅਦ ਵਿੱਚ ਆਣ ਕੇ ਸੰਗਤ ਕਰ ਲਵੇ। ਜਦੋਂ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ ਨਾ, ਇੱਕੋ ਜਿਹੇ ਥਾਲ ਹੋਣਗੇ, ਇੱਕੋ ਜਿਹੀ ਦਾਲ ਸਬਜ਼ੀ, ਇੱਕੋ ਜਿਹੇ ਪ੍ਰਸ਼ਾਦੇ ਹੋਣਗੇ ਨਾ, ਤੇ ਇੱਕ ਪੰਗਤ ਦੇ ਵਿੱਚ ਬੈਠ ਕੇ ਜਾਤ ਊਚ ਨੀਚ ਭੇਦ ਭਾਵ ਇਸਤਰੀ ਪੁਰਖ ਵਾਲੇ ਵਹਿਮ ਭਰਮ ਜਿਹੜੇ ਪਏ ਨੇ ਉਹਨਾਂ ਨੂੰ ਦੂਰ ਕਰਕੇ ਜਦੋਂ ਤੂੰ ਪ੍ਰਸ਼ਾਦਾ ਛਕੇਗਾ ਨਾ, ਤੇ ਤੈਨੂੰ ਇਹ ਪਤਾ ਲੱਗ ਜਾਏਗਾ ਵੀ ਇਹ ਧਰਮ ਜਿਹੜਾ ਹੈ ਇਹ ਇਨਸਾਨਾਂ ਦੇ ਵਿੱਚੋਂ ਹੈ। ਬੰਦਾ ਇਨਸਾਨਾਂ ਨਾਲ ਨਫ਼ਰਤ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਨਾਲ ਪਿਆਰ ਕਰਨਾ ਚਾਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਲੱਭਣਾ ਚਾਹੁੰਦਾ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਕਹਿੰਦੇ ਨੇ ਭਲਿਆ ਇਹਨਾਂ ਦੇ ਨਾਲ ਵਿਗਾੜ ਕੇ ਤੇ ਤੂੰ ਰੱਬ ਨਾਲ ਲੱਭਣਾ ਚਾਹੁੰਦਾ ਹੈ। ਰੱਬ ਨੂੰ ਪੁੱਛ ਕੁਦਰਤ ਕਿੰਨੀ ਪਿਆਰੀ ਹੈ, ਕਿੰਨੀ ਕੁ ਪਿਆਰੀ ਹੈ ਕੁਦਰਤ। ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ,
ਕਹਿੰਦੇ ਪਹਿਲਾਂ ਰੱਬ ਜੀ ਨੇ ਆਪਣੇ ਆਪ ਨੂੰ ਸਾਜਿਆ, ਫਿਰ ਕੁਦਰਤ ਸਾਜ ਕੇ ਤੇ ਇਹਦੇ ਵਿੱਚ ਆਪਣਾ ਪ੍ਰਵੇਸ਼ ਕੀਤਾ, ਇਹਦੇ ਵਿੱਚ ਆਪਣਾ ਆਪ ਟਿਕਾ ਦਿੱਤਾ ਤੇ ਬੜਾ ਖੁਸ਼ ਹੋਇਆ। ਘਰ ਆਸਨ ਡਿਠੋ ਜਾਓ, ਬੜਾ ਖੁਸ਼ ਹੋਇਆ। ਤੇ ਹੁਣ ਪ੍ਰਮਾਤਮਾ ਜੀ ਦੀ ਇਹ ਖੁਸ਼ੀ ਦੇ ਵਿੱਚੋਂ ਨਿਕਲੀ ਹੋਈ ਇਹ ਵਸਤੂ ਹੈ ਸੰਸਾਰ। ਪ੍ਰਮਾਤਮਾ ਜੀ ਦੀ ਖੁਸ਼ੀ ਦੇ ਵਿੱਚੋਂ ਇਹ ਸੰਸਾਰ ਪ੍ਰਮਾਤਮਾ ਦੀ ਖੁਸ਼ਦਿਲੀ ਦੇ ਵਿੱਚੋਂ ਨਿਕਲ ਕੇ ਆਇਆ ਹੈ। ਤੇ ਜੇ ਪ੍ਰਮਾਤਮਾ ਜੀ ਦੇ ਇਸ ਖੁਸ਼ੀ ਦੇ ਵਿੱਚ ਅਸੀਂ ਸ਼ਰੀਕੇਬਾਜ਼ੀ ਕਰਾਂਗੇ ਤੇ ਅਸੀਂ ਪ੍ਰਮਾਤਮਾ ਦੇ ਨਾਲ ਕਦੀ ਬਣਾ ਨਹੀਂ ਸਕਦੇ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣਨਾ ਪਵੇਗਾ ਜ਼ਰੂਰੀ ਵੀ ਅਸੀਂ ਰੱਬ ਨੂੰ ਲੱਭ ਕਿਉਂ ਰਹੇ ਹਾਂ, ਕੀ ਕਾਰਨ ਹੈ। ਜੇ ਅਸੀਂ ਪਤਾ ਲੱਗ ਜੇ ਨਾ ਵੀ ਅਸੀਂ ਰੱਬ ਨੂੰ ਮਿਲਣਾ ਕਿਉਂ ਹੈ, ਕਿੱਥੇ ਬੈਠਾ ਹੈ, ਕਿਉਂ ਮਿਲਣਾ ਹੈ, ਉਹਦੇ ਤੋਂ ਬਿਨਾਂ ਸਾਡਾ ਸਰ ਨਹੀਂ ਰਿਹਾ, ਫਿਰ ਅਸੀਂ ਸਫਲ ਹੋ ਸਕਦੇ ਹਾਂ। ਨਹੀਂ ਤਾਂ ਐਵੇਂ ਗੇੜੇ ਜਿਹੇ ਮਾਰ ਕੇ ਸਾਡਾ ਕੋਈ ਸਫਲ ਹੋਣ ਵਾਲਾ ਕੰਮ ਨਹੀਂ ਹੈਗਾ। ਆਏ ਬੈਠੇ ਚਲੇ ਗਏ, ਦੁਬਾਰਾ ਫੇਰ ਆਏ ਚਲੇ ਗਏ, ਇਹਦਾ ਕੋਈ ਕੰਮ ਸਫਲ ਹੋਣ ਵਾਲਾ ਨਹੀਂ ਹੈਗਾ। ਕਿਉਂਕਿ ਜਦੋਂ ਸਾਨੂੰ ਉਹ ਵਸਤੂ ਜਿਹੜੀ ਲੱਭਣੀ ਹੈ ਤੇ ਉਸ ਨੂੰ ਲੱਭਣ ਵਾਸਤੇ ਬੰਦੇ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ, ਨੀਂਦ ਨਹੀਂ ਆਉਂਦੀ ਰਾਤਾਂ ਨੂੰ। ਫਿਰ ਉਹ ਹਰ ਸਮੇਂ ਇੱਕ ਗੱਲ ਕਹਿੰਦਾ ਰਹਿੰਦਾ ਕਿ ਪ੍ਰਮਾਤਮਾ ਨੂੰ ਮੈਂ ਲੱਭਣਾ ਹੈ। ਤੇ ਪ੍ਰਮਾਤਮਾ ਨੂੰ ਲੱਭਣ ਵਾਸਤੇ ਫਿਰ ਉਹ ਕੀ ਕਰਦਾ ਹੈ, ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਹੈ। ਧਾਰਮਿਕ ਗ੍ਰੰਥਾਂ ਦੇ ਵਿੱਚੋਂ ਗਿਆਨ ਲੈ ਕੇ ਉਹਨਾਂ ਗ੍ਰੰਥਾਂ ਦੀ ਰਾਹੀਂ ਫਿਰ ਕਰਮ ਕਰਦਾ ਹੈ। ਉਹਨਾਂ ਗ੍ਰੰਥਾਂ ਦੇ ਰਾਹੀਂ ਉਹ ਕਰਮ ਕਰਦਾ ਹੈ। ਕਿਉਂਕਿ ਅਸੀਂ ਮਨੁੱਖ ਹਾਂ, ਅਸੀਂ ਕਹਿੰਦੇ ਮਨ ਨੂੰ ਸਾਫ਼ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ, ਪਰ ਗੁਰਬਾਣੀ ਕਹਿੰਦੀ ਗੁਰਬਾਣੀ ਪੜ੍ਹ ਮਨ ਸਾਫ਼ ਤਾਂ ਹੋਣਾ ਹੈ। ਫਰਕ ਪੈਂਦਾ ਹੈ ਨਾ। ਮਨ ਸਾਫ਼ ਕਰਕੇ ਬਾਣੀ ਪੜ੍ਹੋ, ਬਾਣੀ ਪੜ੍ਹ ਕੇ ਮਨ ਸਾਫ਼ ਕਰਨਾ ਹੈ। ਇਸ ਢੰਗ ਨਾਲ ਕਰਮ ਕਰਨੇ ਚਾਹੀਦੇ ਨੇ। ਗੁਰਬਾਣੀ ਨੂੰ ਪੁੱਛੋ, ਕਹਿੰਦੇ ਨੇ ਸਭ ਤੇ ਉੱਪਰ ਪ੍ਰਮਾਤਮਾ ਦਾ, ਸਭ ਤੋਂ ਵੱਡਾ ਪ੍ਰਮਾਤਮਾ ਦਾ ਨਾਮ ਹੈ, ਬਾਕੀ ਕਰਮ ਇਹਦੇ ਵਿੱਚ ਆ ਜਾਂਦੇ ਨੇ, ਬਾਕੀ ਕਰਮ ਇਹਦੇ ਵਿੱਚ ਆ ਜਾਣਗੇ। ਸੋ ਸਤਿਗੁਰੂ ਜੀ ਕਹਿੰਦੇ ਨੇ ਭਰਮ ਕੱਟੀਏ ਨਾਨਕ, ਸਾਧ ਸੰਗ ਤੇਰੇ ਅੰਦਰ ਦੇ ਭਰਮ ਕੱਟੇ ਜਾਣਗੇ। ਸਾਧ ਸੰਗਤ ਦੇ ਵਿੱਚ ਆਣ ਕੇ ਜਦੋਂ ਬੈਠੇਗਾ, ਜਦੋਂ ਇੱਥੇ ਆਣ ਕੇ ਬੈਠੇਗਾ ਨਾ, ਤੇ ਸਭ ਤੋਂ ਪਹਿਲਾ ਭਰਮ ਤਾਂ ਤੇਰਾ ਇਹੀ ਕੱਟਿਆ ਜਾਣਾ ਹੈ ਕਿ ਇੱਥੇ ਸਾਰੇ ਇੱਕੋ ਜਿਹੇ ਨੇ, ਸਾਰੇ ਹੀ ਇੱਕੋ ਜਿਹੇ ਨੇ। ਕੋਈ ਉੱਚਾ ਨਹੀਂ ਹੈ, ਕੋਈ ਨੀਵੀਂ ਜ਼ਾਤ ਵਾਲਾ ਨਹੀਂ ਹੈ, ਕੋਈ ਕਿਸੇ ਵੀ ਪ੍ਰਕਾਰ ਦਾ ਜਿਵੇਂ ਆਪਾਂ ਭੇਦ ਕਰਦੇ ਹਾਂ, ਕਿਉਂਕਿ ਮਨੁੱਖੀ ਬਿਰਤੀ ਹੈ। ਮਨੁੱਖ ਦੀ ਬਿਰਤੀ ਪਤਾ ਕਿਹੋ ਜਿਹੀ ਹੈ। ਬੇਸ਼ੱਕ ਅਸੀਂ ਜਿੰਨੇ ਮਰਜ਼ੀ ਆਪਣੇ ਆਪ ਨੂੰ ਚਲਾਕ ਸਮਝਦੇ ਹਾਂ ਬਹੁਤ ਜ਼ਿਆਦਾ, ਪਰ ਸਾਡੇ ਅੰਦਰ ਦਾ ਜਦੋਂ ਪਾਜ ਉਗੜਦਾ ਹੈ ਨਾ, ਫਿਰ ਅਸੀਂ ਕਹਿ ਦਿੰਦੇ ਸਾਨੂੰ ਪਤਾ ਨਹੀਂ ਸੀ। ਸਾਡੇ ਅੰਦਰ ਦਾ ਪਾਜ ਜਦੋਂ ਉਗੜਦਾ, ਪਹਿਲੀ ਗੱਲ ਤਾਂ ਅਸੀਂ ਛੁਪਾ ਕੇ ਚੱਲਦੇ ਹਾਂ ਵੀ ਜੇ ਸਾਡਾ ਪਾਜ ਉਗੜ ਗਿਆ ਤੇ ਹੁਣ ਕਿਸੇ ਨੂੰ ਪਤਾ ਨਾ ਲੱਗੇ ਵੀ ਮੇਰੇ ਨਾਲ ਇਹ ਧੋਖਾ ਹੋ ਚੁੱਕਾ ਹੈ। ਅੱਜ ਤੱਕ ਤਕਰੀਬਨ ਅਸੀਂ ਮੈਲੇ ਕੱਪੜੇ ਵਾਲਿਆਂ ਦੇ ਨਾਲ ਨਫ਼ਰਤ ਕਰਦੇ ਆਏ ਹਾਂ, ਪਰ ਹਮੇਸ਼ਾ ਸਾਨੂੰ ਲੁੱਟਿਆ ਟਰਾਈ ਬੂਟਾਂ ਵਾਲਿਆਂ ਨੇ ਹੈ, ਜਿਨ੍ਹਾਂ ਨੇ ਬਹੁਤ ਸੁਚੱਜੇ ਕੱਪੜੇ ਪਹਿਨੇ ਹੁੰਦੇ ਨੇ, ਬੜਾ ਸੋਹਣਾ ਢੰਗ ਦਾ ਸ਼ਿੰਗਾਰ ਕੀਤਾ ਹੁੰਦਾ ਹੈ। ਸਾਨੂੰ ਉਹਨਾਂ ਨੇ ਜ਼ਿਆਦਾ ਲੁੱਟਿਆ ਹੈ। ਜਿਹੜਾ ਆਮ ਮੈਲੇ ਕੱਪੜੇ ਪਾ ਕੇ ਆਪਣੀ ਰਿਜ਼ਕ ਰੋਜ਼ੀ ਕਮਾਉਂਦਾ ਹੈ, ਕਿਰਤ ਕਰਦਾ ਹੈ, ਉਹਨੇ ਨਹੀਂ ਸਾਨੂੰ ਲੁੱਟਿਆ। ਕਿਉਂਕਿ ਸਾਨੂੰ ਇਉਂ ਲੱਗਾ ਕਿ ਜਿੰਨੇ ਸੂਟ ਬੂਟ ਵਾਲਾ ਹੀ ਨਹੀਂ, ਹਰੇਕ ਬੰਦਾ ਸੂਟ ਬੂਟ ਵਾਲਾ ਧੋਖਾ ਨਹੀਂ ਕਰ ਸਕਦਾ, ਪਰ ਅਸਲ ਦੇ ਵਿੱਚ ਲੁੱਟਿਆ ਐਵੇਂ ਹੀ ਜਾਂਦਾ ਹੈ। ਉਹ ਚੰਗਾ ਲਿਬਾਸ ਪਹਿਨ ਲੈਂਦੇ ਨੇ ਤੇ ਸਾਨੂੰ ਇਉਂ ਲੱਗਦਾ ਹੈ ਕਿ ਬੜਾ ਚੰਗਾ ਬੰਦਾ ਹੈ, ਬੜਾ ਤਕੜਾ ਬੰਦਾ ਹੈ, ਇਹਦੇ ਨਾਲ ਸੰਪਰਕ ਰੱਖਾਂਗੇ ਤੇ ਹੋ ਸਕਦਾ ਹੈ ਕਿ ਸਾਡਾ ਕਿਤੇ ਬੱਚਾ ਹੀ ਕਿਤੇ ਨੌਕਰੀ ਤੇ ਲਵਾ ਦੇਵੇ। ਉਹ ਫਿਰ ਸਾਨੂੰ ਲਾਲਚ ਦੇ ਕੇ ਤੇ ਸਾਡੇ ਨੂੰ ਲੁੱਟ ਕੇ ਲੈ ਜਾਂਦਾ। ਫਿਰ ਅਸੀਂ ਦੱਸਣ ਜੋਗੇ ਨਹੀਂ ਰਹਿੰਦੇ, ਫਿਰ ਅਸੀਂ ਦੱਸਣ ਜੋਗੇ ਨਹੀਂ ਰਹਿੰਦੇ। ਤੇ ਜੇ ਅਸੀਂ ਕਹੀਏ ਵੀ ਸਾਨੂੰ ਕਿਤੇ ਆਮ ਲੀੜਿਆਂ ਵਾਲੇ ਨੇ, ਆਮ ਪਾਟੇ ਕੱਪੜੇ ਵਾਲੇ ਨੇ, ਆਮ ਰਿਜ਼ਕ ਰੋਜ਼ੀ ਕਮਾਉਣ ਵਾਲੇ ਨੇ ਲੁੱਟਿਆ, ਤੇ ਤੁਸੀਂ ਆਪ ਸਿਆਣੇ ਜਿਓ। ਸੜਕਾਂ ਦੇ ਉੱਤੇ ਜਦੋਂ ਜਾਂਦੇ ਆ ਨਾ, ਸਾਡੇ ਕੋਲ ਗੱਡੀਆਂ ਹੁੰਦੀਆਂ ਨੇ, ਮੋਟਰਸਾਈਕਲ ਹੁੰਦੇ ਨੇ, ਬਾਈਕ ਹੁੰਦੇ ਨੇ, ਅਸੀਂ ਕਿਸੇ ਰਿਕਸ਼ੇ ਦੇ ਵਿੱਚ ਮਾਰ ਕੇ, ਕਿਸੇ ਰਿਕਸ਼ੇ ਵਾਲੇ ਦੇ ਵਿੱਚ ਮਾਰ ਕੇ ਨਾ, ਵੱਜੀ ਸਾਡੇ ਤੋਂ ਹੁੰਦੀ ਹੈ ਤਾਂ ਅਸੀਂ ਉਹਨੂੰ ਉਲਟਾ ਕਹਿ ਰਹੇ ਹੁੰਦੇ ਆ, ਕਹਿੰਦੇ ਕਾਕਾ ਧਿਆਨ ਨਾਲ ਚੱਲ। ਕਹਿੰਦੇ ਆ ਕਿ ਨਹੀਂ ਕਹਿੰਦੇ? ਗਲਤੀ ਸਾਡੇ ਤੋਂ ਹੋਈ ਹੁੰਦੀ ਹੈ, ਵੱਜ ਸਾਡੇ ਤੋਂ ਗਈ ਤਾਂ ਅਸੀਂ ਉਸ ਮਜ਼ਦੂਰੀ ਕਰਨ ਵਾਲੇ ਨੂੰ, ਉਸ ਮਿਹਨਤ ਕਰਨ ਵਾਲੇ ਨੂੰ ਕਹਿੰਦੇ ਵੀ ਕਹਿੰਦੇ ਤੈਨੂੰ ਦੇਖ ਕੇ ਨਹੀਂ ਚੱਲਣਾ ਆਉਂਦਾ। ਜੇ ਕਿਤੇ ਸਾਹਮਣੇ ਕੋਈ ਗੱਡੀ ਖੜੀ ਹੋਵੇ, ਵੱਡੀ ਗੱਡੀ ਖੜੀ ਹੋਵੇ, ਤੇ ਅਸੀਂ ਹਾਰਨ ਵੀ ਨਹੀਂ ਮਾਰਦੇ, ਡਰ ਲੱਗਦਾ ਹੈ। ਤੇ ਜੇ ਕਿਤੇ ਰਿਕਸ਼ੇ ਵਾਲਾ ਮਜਬੂਰਨ ਹੋ ਕੇ ਕਿਤੇ, ਜਾਂ ਕੋਈ ਹੋਰ ਗਰੀਬ ਆਮ ਬੰਦਾ ਕੋਈ ਵਿੱਚ ਫਸਿਆ ਹੋਵੇ, ਤੇ ਅਸੀਂ ਉਹਨੂੰ ਮਾਰ ਮਾਰ ਕੇ ਹਾਰਨ ਕਹਿੰਦੇ ਸਾਈਡ ਤੇ ਕਰ ਲਾ, ਅਸੀਂ ਲੰਘਣਾ ਹੈਗਾ। ਕਿ ਸਾਡੀ ਦਿਮਾਗੀ ਹਾਲਤ ਹੈ, ਜਿਹਨੂੰ ਇੱਕ ਪਾਗਲਪੰਥੀ ਵੀ ਕਿਹਾ ਜਾ ਸਕਦਾ ਹੈ। ਵੀ ਜਦੋਂ ਕਿਤੇ ਕੋਈ ਆਪਣੇ ਤੋਂ ਤਗੜਾ ਦੇਖਿਆ
ਤੇ ਉਹਨੂੰ ਮਹਾਨਤਾ ਦੇ ਦਿੱਤੀ, ਤੇ ਜਦੋਂ ਕੋਈ ਆਪਣੇ ਤੋਂ ਮਾੜਾ ਦੇਖਿਆ, ਪਾਟੇ ਕੱਪੜੇ ਵਾਲਾ ਦੇਖਿਆ, ਤੇ ਉਹਨੂੰ ਬੁਰਾ ਭਲਾ ਕਹਿਣ ਲੱਗ ਪਿਆ। ਇਹ ਮਨੁੱਖੀ ਬਿਰਤੀ ਹੈ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੈਂਦੀ ਜਦੋਂ ਗਏ ਨੇ, ਤੇ ਸਭ ਤੋਂ ਪਹਿਲਾਂ ਉਹਨਾਂ ਨੇ ਇੱਕੋ ਕੰਮ ਕੀਤਾ। ਉਹ ਜਾਂਦੇ ਹੀ ਲਾਲੋ ਦੇ ਘਰ ਵਿੱਚ ਗਏ ਨੇ। ਭਾਈ ਲਾਲੋ ਦੇ ਘਰ ਵਿੱਚ ਮਲਕ ਭਾਗੋ ਨੂੰ ਕਹਿ ਦਿੱਤਾ, ਕਹਿੰਦੇ ਤੇਰੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ ਸੀ, ਤੇਰੇ ਘਰ ਦਾ ਸੀ ਪ੍ਰਸ਼ਾਦਾ ਨਹੀਂ ਛਕਣਾ। ਕਹਿੰਦੇ ਛਕਣਾ ਕਿਉਂ ਨਹੀਂ ਹੈ? ਕਹਿੰਦੇ ਵੀ ਤੂੰ ਤਾਂ ਵਿਖਾਵਾ ਕਰਦਾ ਹੈ। ਕਿੰਨੇ ਪੰਡਤ ਸਾਹਿਬਾਨਾਂ ਨੂੰ ਸੱਦਿਆ ਤੂੰ, ਬ੍ਰਹਮ ਭੋਜ ਕੀਤਾ ਹੈ, ਕਿੰਨੇ ਸੱਦਿਆ ਤੂੰ, ਆਪਣੇ ਬਾਪੂ ਦਾ ਸ਼ਰਾਧ ਕਰਾ ਰਿਹਾ ਹੈ, ਪਰ ਇਹਨਾਂ ਦੇ ਵਿੱਚ ਕਿਸੇ ਇੱਕ ਗਰੀਬ ਦੀ ਵੀ ਕੋਈ ਰੋਟੀ ਕੱਢੀ ਹੈ ਵੀ ਕੋਈ ਗਰੀਬ ਵੀ ਆਣ ਕੇ ਛਕ ਲਵੇ? ਸਾਰੇ ਧਾਰਮਿਕ ਲੋਕਾਂ ਨੂੰ ਖਵਾ ਰਿਹਾ ਤੂੰ, ਧਾਰਮਿਕ ਲੋਕਾਂ ਨੂੰ, ਜਿਹੜੇ ਆਪ ਰੱਜੇ ਪੁੱਜੇ ਪਏ ਨੇ ਉਹਨਾਂ ਨੂੰ ਫੇਰ ਦਾਨ ਕਰਕੇ ਤੂੰ ਕੀ ਸਾਬਤ ਕਰਨਾ ਚਾਹੁੰਦਾ ਹੈ? ਸੋ ਇਸ ਕਰਕੇ ਭਰਮ ਕੱਟੇ ਜਾਂਦੇ ਨੇ। ਬੰਦਾ ਆਮ ਬੰਦਿਆਂ ਵਰਗੀ ਜੀਵਨ ਸ਼ੈਲੀ ਉਹਦੀ ਹੋ ਜਾਂਦੀ ਹੈ। ਭਰਮ ਕੱਟੀਏ ਨਾਨਕ ਸਾਧ ਸੰਗ ਦੁਤੀਆ ਪਾਓ ਮਿਟਾਏ। ਦੂਜਾ ਭਾਉ ਜਿਹੜਾ ਨਾ ਉਹ ਖਤਮ ਹੋ ਜਾਂਦਾ। ਦੂਜਾ ਭਾਉ ਕੀ ਹੁੰਦਾ ਹੈ? ਦੂਜਾ ਭਾਉ ਹੁੰਦਾ ਹੈ ਕਿ ਜਿਵੇਂ ਪਰਮਾਤਮਾ ਉਹ ਸੰਸਾਰ ਦੇ ਲਈ ਜਿਹੜਾ ਨਾ ਉਹ ਹਾਨੀਕਾਰਕ ਮੰਨਿਆ ਜਾਂਦਾ ਹੈ। ਕਦੇ ਵੀ ਤੁਸੀਂ ਵੇਖੋ, ਜਦੋਂ ਕੋਈ ਘਰ ਦੇ ਵਿੱਚ ਔਲਾਦ ਹੁੰਦੀ ਹੈ ਉਦੋਂ ਪਰਮਾਤਮਾ ਨੂੰ ਨਹੀਂ ਪਿੱਟਿਆ ਜਾਂਦਾ ਵੀ ਇਹ ਕਿਉਂ ਜੰਮ ਪਿਆ ਹੈ, ਪਰ ਜਦੋਂ ਕੋਈ ਮਰ ਜਾਂਦਾ ਹੈ ਉਦੋਂ ਪਿੱਟਿਆ ਜਾਂਦਾ ਵੀ ਇਹ ਮਰ ਕਿਉਂ ਗਿਆ ਹੈ। ਪਰ ਮਹਾਰਾਜ ਕਹਿੰਦੇ ਨੇ ਵੇਖ, ਜੇ ਮੌਤ ਭਾਣੇ ਦੇ ਵਿੱਚ ਤੇ ਜੰਮਣਾ ਵੀ ਭਾਣੇ ਦੇ ਵਿੱਚ। ਸੋ ਇਸ ਕਰਕੇ ਇਹ ਕਿਵੇਂ ਹੋ ਗਿਆ ਕਿ ਜਦੋਂ ਕੋਈ ਜੰਮਿਆ, ਜਦੋਂ ਕੋਈ ਪੈਦਾ ਹੋਇਆ ਉਦੋਂ ਖੁਸ਼ੀਆਂ ਦੇ ਵਾਜੇ ਵੱਜ ਗਏ, ਜਦੋਂ ਕੋਈ ਮਰਿਆ ਉਦੋਂ ਰੋਣ ਲੱਗ ਪਏ? ਇਹ ਗੱਲ ਨਾ ਬਣੀ ਫਿਰ। ਜਾਂ ਤਾਂ ਐਵੇਂ ਹੋਵੇ ਕਿ ਜਦੋਂ ਕੋਈ ਸੰਸਾਰ ਦੇ ਵਿੱਚ ਆਵੇ ਉਦੋਂ ਰੋਣ ਲੱਗ ਪਈਏ ਵੀ ਇਹ ਆਇਆ ਕਿਉਂ ਹੈ। ਜਦੋਂ ਕੋਈ ਜਾਵੇ ਉਹ ਤਾਂ ਸਗੋਂ ਆਪਣੀ ਜੀਵਨ ਨੂੰ ਸਫਲ ਕਰਕੇ ਚਲਾ ਗਿਆ ਜਿਹੜਾ ਗਿਆ ਹੈ। ਹੁਣ ਜਿਹੜਾ ਆਉਣ ਵਾਲਾ ਹੈ ਉਹ ਪਤਾ ਨਹੀਂ ਕੀ ਕਰੇਗਾ, ਸਾਨੂੰ ਥੋੜੀ ਪਤਾ ਹੈ। ਜਿਹੜਾ ਜਾਣ ਵਾਲਾ ਹੈ ਉਹ ਆਪਣੇ ਜੀਵਨ ਦੇ ਵਿੱਚ ਚੰਗੇ ਕਰਮ ਕਰਕੇ ਜੇ ਗਿਆ ਹੋਏਗਾ, ਚੰਗੀ ਜੀਵਨ ਸ਼ੈਲੀ ਬਤੀਤ ਕੀਤੀ, ਚੰਗੇ ਆਚਰਣ ਵਾਲਾ ਸੀਗਾ, ਤੇ ਫਿਰ ਕਹਿੰਦੇ ਖੁਸ਼ੀ ਮਨਾਓ। ਪਰ ਜਿਹੜਾ ਅਜੇ ਆ ਰਿਹਾ ਉਹਦੇ ਬਾਰੇ ਸਾਨੂੰ ਕੁਝ ਪਤਾ ਹੀ ਨਹੀਂ ਹੈਗਾ ਵੀ ਸਾਨੂੰ ਜਿਹਦੇ ਜੰਮਣ ਤੇ ਅਸੀਂ ਖੁਸ਼ੀਆਂ ਮਨਾ ਰਹੇ ਹਾਂ ਉਹ ਵੱਡਾ ਹੋ ਕੇ ਸਾਨੂੰ ਰੋਟੀ ਵੀ ਦੇਵੇਗਾ ਕਿ ਨਹੀਂ ਦੇਵੇਗਾ, ਸਾਨੂੰ ਭੋਜਨ ਵੀ ਦੇਵੇਗਾ ਕਿ ਨਹੀਂ ਦੇਵੇਗਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਇਹ ਕਿਵੇਂ ਹੋ ਗਿਆ? ਜਦੋਂ ਕੋਈ ਗਲਤ ਹੋ ਜੇ ਉਦੋਂ ਪਰਮਾਤਮਾ ਨੇ ਕੀਤਾ, ਸੋਚਿਆ ਹੀ ਨਹੀਂ ਰੱਬ ਜੀ ਨੇ। ਬਹੁਤ ਬੁਰਾ ਕੀਤਾ ਰੱਬ ਜੀਆਂ ਨੇ। ਛੋਟੇ ਛੋਟੇ ਬੱਚੇ ਸੀਗੇ, ਬਾਪੂ ਚੁੱਕ ਕੇ ਲੈ ਗਿਆ। ਇੰਨੀਆਂ ਭੈਣਾਂ ਦਾ ਭਰਾ ਸੀਗਾ, ਰੱਬ ਚੁੱਕ ਕੇ ਲੈ ਗਿਆ। ਮਤਲਬ ਹਰੇਕ ਕੰਮ ਜਿਹੜਾ ਹੈ ਉਹ ਰੱਬ ਨਾਲ ਜੋੜ ਦਿੱਤਾ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਹਰੇਕ ਚੰਗਿਆਈਆਂ ਵਾਲਾ ਕੰਮ ਹੈ ਉਹ ਪਰਮਾਤਮਾ ਨੇ ਕੀਤਾ ਹੈ, ਤੇ ਜਿਹੜਾ ਬੁਰਾ ਕੰਮ ਕੀਤਾ ਉਹ ਬੰਦੇ ਨੇ ਕੀਤਾ ਹੈ। ਗੁਰਬਾਣੀ ਕਹਿੰਦੇ ਨੇ ਕਰਤੇ ਕੀਤੇ ਕੋ ਮੇਰੇ ਸਮਾਨੇ, ਕਰਨਹਾਰ ਤ੍ਰਿਣ ਜਾਣੇ। ਕਹਿੰਦੇ ਜੋ ਬੰਦੇ ਨੇ ਕਰ ਦਿੱਤਾ, ਕਹਿੰਦਾ ਕਿ ਮੈਂ ਤਾਂ ਪਹਾੜ ਬਣਾ ਦਿੱਤਾ ਹੈ। ਤੇ ਕਰਨਹਾਰ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹਨੂੰ ਸਮਝ ਲੈਂਦਾ ਵੀ ਉਹ ਰੱਬ ਨੇ ਕੱਖ ਵੀ ਨਹੀਂ ਕੀਤਾ। ਕਰਨਹਾਰ ਤ੍ਰਿਣ, ਤਿੰਨ ਦਾ ਅਰਥ ਹੁੰਦਾ ਕੱਖ, ਤੀਲਾ, ਤ੍ਰਿਣ ਜਾਣੇ। ਉਹਨੂੰ ਰੱਬ ਨੂੰ ਕੁਝ ਵੀ ਨਹੀਂ ਜਾਣਦਾ। ਸੋ ਇਸ ਕਰਕੇ ਸਤਿਗੁਰੂ ਜੀ ਤਾਂ ਹੀ ਕਹਿੰਦੇ ਨੇ ਇਹ ਦੁਰਮਤ, ਇਹ ਭੈੜੀ ਮਤ, ਦੂਜਾ ਭਾਵ ਖਤਮ ਕਰਾ ਦੇ। ਪਰਮਾਤਮਾ ਚੰਗਿਆਈਆਂ ਕਰਦਾ ਹੈ। ਪਰਮਾਤਮਾ ਜੋ ਵੀ ਅੱਛੇ ਕਰਮ ਕਰਦਾ ਹੈ ਉਹ ਪਰਮਾਤਮਾ ਕਰਦਾ ਹੈ। ਜਿੰਨੀਆਂ ਵੀ ਚੰਗਿਆਈਆਂ ਸੰਸਾਰ ਦੇ ਵਿੱਚ ਪਰਮਾਤਮਾ ਕਰਦਾ ਹੈ, ਤੇ ਜਿੰਨੇ ਵੀ ਸੰਸਾਰ ਦੇ ਵਿੱਚ ਬੁਰੇ ਕਰਮ ਹੈ ਉਹ ਇਨਸਾਨੀ ਬਿਰਤੀ ਕਰਦੀ ਹੈ, ਪਸ਼ੂ ਬਿਰਤੀ ਕਰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਦੁਤੀਆ ਦੁਰਮਤ ਦੂਰ ਕਰ। ਜਿਵੇਂ ਏਕ ਮਨਾਉਂਦੇ ਆ, ਏਕਮ ਦੂਜ, ਇੱਥੇ ਦੁਤੀਆ ਆ ਗਈ। ਦੁਤੀਆ ਦੁਰਮਤ ਦੂਰ ਕਰ, ਆਪਣੇ ਅੰਦਰ ਦੀ ਦੁਰਮਤ ਨੂੰ, ਭੈੜੀ ਮਤ ਨੂੰ ਦੂਰ ਕਰ ਲੈ। ਹੁਣ ਦੁਰਮਤ ਕੀ ਹੁੰਦੀ ਹੈ? ਕਈ ਵਾਰੀ ਸਾਨੂੰ ਪਤਾ ਲੱਗੇਗਾ ਕਿ ਭੈੜੀ ਮਤ ਹੁੰਦੀ ਕੀ ਹੈ। ਭੈੜੀ ਮਤ ਹੁੰਦੀ ਮਨ ਰੇ ਕੌਣ ਕੁਮਤ ਤੈ ਲੀਨੀ। ਭੈੜੀ ਮਤ, ਹੇ ਮੇਰੇ ਮਨ ਤੂੰ ਕਿਹੜੀ ਭੈੜੀ ਮਤ ਨੂੰ ਧਾਰਨ ਕੀਤਾ ਹੋਇਆ ਹੈ? ਕਿਹੜੀ ਭੈੜੀ ਮਤ ਹੈ ਜੀ? ਪਰ ਦਾਰਾ ਨਿੰਦਿਆ ਰਸ ਰਚਿਓ। ਪਰਾਏ ਰੂਪ ਤੱਕਦਾ, ਨਿੰਦਿਆ ਦੇ ਰਸ ਦੇ ਵਿੱਚ ਰਚਿਆ ਹੈ। ਰਾਮ ਭਗਤ ਨਹਿ ਕੀਨੀ। ਜਦੋਂ ਸਾਨੂੰ ਇਉਂ ਲੱਗੇ ਨਾ, ਮਹਿਸੂਸ ਹੋਣ ਲੱਗੇ, ਕਿਉਂਕਿ ਇੱਥੋਂ ਤੱਕ ਅਸੀਂ ਪਹੁੰਚੇ ਨਹੀਂ ਅਜੇ, ਤਾਂ ਕਰਕੇ ਸਾਨੂੰ ਕਬੀਰ ਸਾਹਿਬ ਜੀ ਦਾ ਸ਼ਲੋਕ ਨਹੀਂ ਪਤਾ ਹੋਏਗਾ। ਉੱਥੋਂ ਤੱਕ ਅਜੇ ਪਹੁੰਚੇ ਨਹੀਂ ਅਸੀਂ।
ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸਹਾਏ। ਮਾਖੀ ਚੰਦਨ ਪਰ ਹਰੇ, ਜਹਾਂ ਬਿਗਨ ਤਹਾਂ ਜਾਏ। ਕਹਿੰਦੇ ਮੱਖੀ ਦਾ ਸੁਭਾਅ ਪਤਾ ਕੀ ਹੈ? ਉਹਨੇ ਚੰਦਨ ਨੂੰ ਛੱਡ ਦੇਣਾ ਹੈ, ਜਿੱਥੇ ਗੰਦਗੀ ਹੋਏਗੀ ਉੱਥੇ ਜਾ ਕੇ ਬੈਠੇਗੀ। ਤੇ ਪਾਪੀ ਬੰਦੇ ਦਾ ਸੁਭਾਅ ਕੀ ਹੈ? ਕਹਿੰਦੇ ਇਹਨੂੰ ਭਗਤੀ ਚੰਗੀ ਨਹੀਂ ਲੱਗਦੀ। ਹੁਣ ਜੇ ਸਾਨੂੰ ਚੰਗੀ ਨਹੀਂ ਲੱਗਦੀ ਤੇ ਅਸੀਂ ਪਾਪੀ ਆ, ਜੇ ਅਸੀਂ ਭਗਤੀ ਨਹੀਂ ਕਰਦੇ। ਸਿੱਧੀ ਜੀ ਗੱਲ ਹੈ, ਕਬੀਰ ਸਾਹਿਬ ਜੀ ਨੇ ਬਿਲਕੁਲ ਸਪਸ਼ਟ ਸਾਨੂੰ ਆਖਿਆ, ਜੇ ਭਗਤੀ ਦੇ ਵਿੱਚ ਮਨ ਲੱਗਦਾ, ਕਿਤੇ ਭੁਲੇਖੇ ਨਾਲ ਦੱਸ ਨਾ ਬਿਆ ਕਿਸੇ ਨੂੰ, ਉਹਨੂੰ ਪਤਾ ਲੱਗ ਜਾਣਾ ਵੀ ਇਹ ਮਨ ਇਹਦਾ ਤਾਂ ਹੀ ਨਹੀਂ ਲੱਗਦਾ ਵੀ ਬਥੇਰਾ ਕੁਝ ਕਰ ਚੁੱਕਾ ਹੈ ਆਪਣੀ ਜ਼ਿੰਦਗੀ ਦੇ ਵਿੱਚ। ਸੋ ਹੁਣ ਜਦੋਂ ਪਾਠ ਕਰਨ ਲੱਗਦਾ, ਉਹ ਸਾਰਾ ਕੁਝ ਚੇਤੇ ਆ ਜਾਂਦਾ ਹੈ, ਸਾਰਾ ਕੁਝ ਰਿਪੀਟ ਤੇ ਚੱਲਦਾ, ਫਿਰ ਉਹ ਬਾਰ-ਬਾਰ ਘੁੰਮੀ ਜਾਂਦਾ ਅੰਦਰ ਅੰਦਰ ਵੀ ਆਹ ਕਰਕੇ ਆਇਆ, ਇਹ ਕਰਕੇ ਆਇਆ, ਇਹ ਕਰਕੇ ਆਇਆ। ਅਸਲ ਦੇ ਵਿੱਚ ਹੋਰ ਸਾਨੂੰ ਚਾਹੀਦਾ ਕੀ ਹੈ? ਸਾਡੇ ਅੰਦਰ ਨੂੰ ਅਸੀਂ ਬਾਣੀ ਪੜ੍ਹਨ ਲੱਗੀਏ, ਉਹ ਸਾਰੇ ਪਰਦੇ ਜਿਹੜੇ ਨੇ, ਜਿਹੜੇ ਅਸੀਂ ਲੁਕਾ ਕੇ ਕੀਤੇ ਨੇ, ਜਦੋਂ ਸਾਡੇ ਸਾਹਮਣੇ ਆ ਜਾਣ, ਹੋਰ ਸਾਨੂੰ ਕੀ ਚਾਹੀਦਾ ਹੈ? ਇਹੀ ਤਾਂ ਚਾਹੀਦਾ ਨਾ ਸਾਨੂੰ, ਵੀ ਅਸੀਂ ਗੁਰਬਾਣੀ ਪੜ੍ਹੀਏ ਤੇ ਸਾਨੂੰ ਉਹ ਸਾਰੀਆਂ ਗਲਤੀਆਂ ਚੇਤੇ ਆਉਣ ਲੱਗ ਪੈਣ। ਜਦੋਂ ਗਲਤੀਆਂ ਚੇਤੇ ਆਉਣ ਲੱਗ ਪੈਣ ਤੇ ਗੁਰਬਾਣੀ ਨੂੰ ਨਾਲ ਨਾਲ ਪੜ੍ਹਦੇ ਰਹੀਏ, ਤੇ ਨਾਲ ਜਦੋਂ ਗਲਤੀਆਂ ਚੇਤੇ ਆਉਣ ਤੇ ਫਿਰ ਕਹਿਣ ਮੰਨ ਲੈਣਾ ਚਾਹੀਦਾ ਵੀ ਮਹਾਰਾਜ ਹਾਂ ਇਹ ਮੇਰੇ ਤੋਂ ਗਲਤੀ ਹੋਈ ਹੈ। ਜਦੋਂ ਗਲਤੀ ਹੋਏਗੀ ਤੇ ਸਾਨੂੰ ਇਉਂ ਲੱਗੇਗਾ ਵੀ ਹੁਣ ਮਹਾਰਾਜ ਤੁਸੀਂ ਕਿਰਪਾ ਕਰੋ, ਅੱਗੇ ਤੋਂ ਮੈਂ ਨਾ ਇਹੋ ਜਿਹੀਆਂ ਗਲਤੀਆਂ ਕਰਾਂ। ਮਨ ਬਾਣੀ ਦੇ ਵਿੱਚ ਆਪਣੇ ਆਪ ਲੱਗਦਾ ਹੈ, ਮਨ ਬਾਣੀ ਦੇ ਵਿੱਚ ਲੱਗ ਜਾਂਦਾ ਹੈ ਫਿਰ। ਪਰ ਅਸੀਂ ਕੀ ਕਹਿੰਦੇ, ਉਹ ਥੋੜੀ ਜੀ ਬਾਣੀ ਪੜ੍ਹੀ ਹੈ, ਜਪਜੀ ਸਾਹਿਬ ਵੀ ਅੱਧ ਦੇ ਵਿੱਚੋਂ ਛੱਡਿਆ, ਤੇ ਛੱਡ ਕੇ ਅਸੀਂ ਕਹਿੰਦੇ ਮਨ ਟਿਕ ਨਹੀਂ ਰਿਹਾ, ਮਨ ਲੱਗ ਨਹੀਂ ਰਿਹਾ। ਲੱਗ ਚੁੱਕਾ ਹੈ ਮਨ ਲੱਗਿਆ ਸੀ, ਪਰ ਜਿਹੜੇ ਅੰਦਰ ਦੀਆਂ ਜਿਹੜੀਆਂ ਤੂੰ ਬੁਰਾਈਆਂ ਛੁਪਾ ਕੇ ਬੈਠਾ ਸੀ ਨਾ, ਉਹ ਪ੍ਰਗਟ ਹੋਈਆਂ ਨੇ ਤੇਰੇ ਸਾਹਮਣੇ। ਉਹ ਤੇਰੇ ਸਾਹਮਣੇ ਪ੍ਰਗਟ ਹੋਣਗੀਆਂ ਤਾਂ ਹੀ ਤੈਨੂੰ ਪਤਾ ਲੱਗੇਗਾ ਨਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਇੰਨੇ ਜ਼ਿਆਦੇ ਅਵਗਣ ਨੇ ਮਹਾਰਾਜ, ਜਿਵੇਂ ਸਮੁੰਦਰ ਦਾ ਪਾਣੀ ਹੈ। ਦਇਆ ਕਰੋ ਕਿਛ ਮਿਹਰਿਓ ਪਾਵੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਤੁਸੀਂ ਤਾਂ ਡੁੱਬਦੇ ਪੱਥਰਾਂ ਨੂੰ ਵੀ ਤਾਰ ਦਿੰਦੇ ਹੋ। ਜਿਆਰਾ ਅਗਨ ਬਰਾਬਰ ਤਪੈ, ਅੰਦਰ ਮੇਰੇ ਅੱਗ ਲੱਗੀ ਹੋਈ ਹੈ, ਅੱਗ ਦੇ ਵਾਂਗੂ ਤਪਦਾ ਪਿਆ ਹੈ। ਭੀਤਰ ਵਗੇ ਕਾਤੀ। ਤੇ ਮਹਾਰਾਜ ਪਤਾ ਕੀ ਕਹਿੰਦੇ ਨੇ? ਕਹਿੰਦੇ ਪ੍ਰਣਵਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ। ਹੁਕਮ ਦੇ ਵਿੱਚ ਚੱਲ, ਤੈਨੂੰ ਸੁੱਖ ਮਿਲੇਗਾ, ਤੇਰੇ ਅੰਦਰ ਨੂੰ ਸ਼ੀਤਲਤਾ ਮਿਲ ਜਾਏਗੀ, ਠੰਡਾ ਹੋ ਜਾਏਗਾ। ਦੁਤੀਆ ਦੁਰਮਤ ਦੂਰ ਕਰ, ਮਨ ਰੇ ਕੌਣ ਕੁਮਤ ਤੈ ਲੀਨੀ। ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਰੱਬ ਦੀ ਭਗਤੀ ਨੇ ਕੀਤੀ। ਕਬੀਰ ਪਾਪੀ ਭਗਤ ਨਾ ਭਾਵੀ। ਪਾਪੀ ਬੰਦੇ ਨੂੰ ਭਗਤੀ ਚੰਗੀ ਨਹੀਂ ਲੱਗਦੀ, ਕਿਉਂਕਿ ਉਹਦਾ ਸੁਭਾਅ ਉਸ ਮੱਖੀ ਵਰਗਾ ਹੈ, ਜਿਹੜੀ ਚੰਦਨ ਛੱਡ ਦਿੰਦੀ ਹੈ ਤੇ ਗੰਦਗੀ ਦੇ ਉੱਪਰ ਜਾ ਕੇ ਬੈਠਦੀ ਹੈ। ਇਸ ਨੂੰ ਕਿਹਾ ਜਾਂਦਾ ਹੈ ਦੁਰਮਤ। ਤੇ ਸਤਿਗੁਰੂ ਜੀ ਕਹਿੰਦੇ ਨੇ, ਦੁਤੀਆ ਦੁਰਮਤ ਦੂਰ ਕਰ, ਗੁਰ ਸੇਵਾ ਕਰ ਨੀਤ। ਗੁਰੂ ਦੀ ਸੇਵਾ ਕਰ ਨਿਤ, ਨਿਤ ਗੁਰੂ ਦੀ ਸੇਵਾ ਕਰ। ਜਦੋਂ ਤੂੰ ਆਵੇਂਗਾ ਗੁਰੂ ਘਰ ਦੇ ਵਿੱਚ ਆਣ ਕੇ, ਇੱਥੇ ਮਨ ਨੂੰ ਨੀਵਾਂ ਰੱਖ ਕੇ, ਮਤ ਨੂੰ ਉੱਚਿਆਂ ਕਰਕੇ ਤੇ ਮਨ ਨੂੰ ਨੀਵਾਂ ਰੱਖ ਕੇ ਜਦੋਂ ਆਏਗਾ ਨਾ, ਫਿਰ ਸੇਵਾ ਕਰੇਗਾ, ਤੇਰਾ ਮਨ ਪਵਿੱਤਰ ਹੋ ਜਾਏਗਾ, ਤੇਰੇ ਮਨ ਦੀ ਮਲੀਨਤਾ ਹੈ ਖਤਮ ਹੋ ਜਾਏਗੀ। ਸੇਵਾ ਕਰਤ ਹੋਤ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੌਖੀ ਜੀ ਗੱਲ ਹੈ, ਸੇਵਾ ਕਰ ਲੋ, ਸੁਆਮੀ ਪ੍ਰਾਪਤ ਹੋ ਜਾਏਗਾ, ਪਰਮਾਤਮਾ ਲੱਭ ਜਾਏਗਾ। ਜਦੋਂ ਅਸੀਂ ਇਹ ਗੱਲਾਂ ਸੁਣਦੇ ਹਾਂ ਨਾ ਕਿ ਪਰਮਾਤਮਾ ਲੱਭ ਜਾਏਗਾ, ਪਰਮਾਤਮਾ ਮਿਲ ਜਾਏਗਾ, ਤੇ ਸਾਨੂੰ ਕਈ ਵਾਰੀ ਇਉਂ ਲੱਗਦਾ ਵੀ ਕਿੱਥੇ ਬੈਠਾ ਹੈ ਪਰਮਾਤਮਾ, ਕਿੱਥੇ ਉਹ ਕਿਹੋ ਜਿਹਾ ਹੋਏਗਾ, ਕਿਹੜੀ ਖਾਸ ਜਗ੍ਹਾ ਤੇ ਬੈਠਣਾ ਹੈ। ਸਮਝ ਲਓ ਕਿ ਜਿਹੜਾ ਬੋਲ ਰਿਹਾ ਨਾ, ਉਹ ਤਾਂ ਭਾਵੇਂ ਝੂਠ ਬੋਲ ਸਕਦਾ ਹੈ, ਉਹ ਤਾਂ ਭਾਵੇਂ ਥੋੜਾ ਪਖੰਡ, ਥੋੜੀ ਐਕਟਿੰਗ ਕਰ ਸਕਦਾ ਹੈ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੂਰੇ ਸੰਸਾਰ ਨੂੰ ਧੋਖੇ 'ਚ ਨਹੀਂ ਰੱਖ ਸਕਦੇ। ਗੁਰੂ ਅਰਜਨ ਸਾਹਿਬ ਸਾਰੇ ਸੰਸਾਰ ਨੂੰ ਧੋਖੇ 'ਚ ਨਹੀਂ ਰੱਖਣਗੇ। ਕਿਉਂ? ਜੇ ਅਸੀਂ ਸ਼ੱਕ ਵੀ ਕਰਨ ਲੱਗਾਂਗੇ ਨਾ, ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ੱਕ ਕਰਨ ਤੋਂ ਪਹਿਲਾਂ ਇਹ ਦੇਖ ਲੈਣਾ ਕਿ ਤੱਤੀ ਤਵੀ ਤੇ ਬੈਠਣਾ ਕੋਈ ਆਮ ਜੀ ਗੱਲ ਨਹੀਂ ਹੁੰਦੀ। ਤੱਤੀ ਰੇਤਾ ਸੀਸ ਦੇ ਵਿੱਚ ਪਵਾ ਲੈਣੀ ਕੋਈ ਆਮ ਜੀ ਗੱਲ ਨਹੀਂ ਹੁੰਦੀ। ਤੇ 4 ਪੁੱਤ ਵਾਰਦੇ ਨੇ ਧਰਮ ਤੋਂ, ਇਹ ਵੀ ਕੋਈ ਆਮ ਜੀ ਗੱਲ ਨਹੀਂ ਹੈ। ਲੋਕੀ ਭਵਿੱਖ ਵਾਸਤੇ ਕਿੰਨੀ ਦੌੜ ਭੱਜ ਕਰਦੇ, ਆਪਣੀ ਜਵਾਨੀ ਗਾਲ ਦਿੰਦੇ ਨੇ ਦੌੜ ਭੱਜ ਕਰਦਿਆਂ ਬੱਚਿਆਂ ਦਾ ਭਵਿੱਖ ਬਣਾਉਣ ਵਾਸਤੇ। ਗੋਡੇ ਖੜ ਜਾਂਦੇ ਨੇ ਹੌਲੀ ਜੀ ਉਮਰ ਦੇ ਵਿੱਚ। ਕਿਉਂ? ਕਿਉਂਕਿ ਭੱਜ ਦੌੜ ਬੜੀ ਕੀਤੀ ਹੈ।
ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਜ਼ਰਾ ਵੀ ਨਹੀਂ ਸੋਚਿਆ। ਉਹ ਕਹਿੰਦੇ ਪੰਥ ਵਸੇ ਮੈਂ ਉਜੜਾਂ, ਪੰਥ ਵਸ ਜਾਵੇ ਮੈਂ ਉਜੜ ਜਾਵਾਂ। ਸਤਿਗੁਰੂ ਜੀ ਤਾਂ ਹੀ ਕਹਿੰਦੇ ਨੇ ਗੁਰ ਸੇਵਾ ਕਰ ਨੀਤ। ਤੇ ਅੱਜ ਇਹਨਾਂ ਦਾ ਜਨਮ ਦਿਨ ਹੈ ਭਾਈ ਤਾਰੂ ਸਿੰਘ ਜੀ, ਉਹਨਾਂ ਨੂੰ ਸ਼ਹੀਦ ਵੀ ਆਖਿਆ ਜਾਂਦਾ। ਤੇ ਭਾਈ ਤਾਰੂ ਸਿੰਘ ਜੀ ਕੀ ਕਰਦੇ ਨੇ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ ਨਾ ਦਿੱਲੀ ਵਿਖੇ ਅਨੇਕਾਂ ਸਿੱਖਾਂ ਦੇ ਨਾਲ, ਉਸ ਤੋਂ ਬਾਅਦ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਣ ਲੱਗ ਪਿਆ। ਪੈਸੇ ਦਿੱਤੇ ਜਾਣਗੇ, ਜਿਹੜਾ ਸਿੱਖ ਦੀ ਦੱਸ ਪਵੇਗਾ, ਜਿਹੜਾ ਦੱਸੇਗਾ ਸਿੱਖ ਫਲਾਣੀ ਜਗ੍ਹਾ ਤੇ ਰਹਿੰਦਾ, ਉਹਦੇ ਪੈਸੇ ਦਿੱਤੇ ਜਾਣਗੇ। ਸੋ ਇਸ ਕਰਕੇ ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ, ਜਿਵੇਂ ਕੰਨਾਂ ਦੇ ਵਿੱਚ ਮੁਰਕੀਆਂ ਪਾਉਣੀਆਂ ਨਾ। ਬਹੁਤ ਸਾਰੇ ਇਤਿਹਾਸਕਾਰ ਕਹਿੰਦੇ ਨੇ ਕਿ ਬਹੁਤੇ ਲੋਕ ਪੈਸੇ ਦੀ ਖਾਤਰ, ਅੱਜ ਲਾਲਚ ਪੁਰਾਣਾ ਬਹੁਤ ਚੱਲਦਾ ਆ ਰਿਹਾ ਹੈ, ਹੁਣੇ ਬੰਦੇ ਲਾਲਚੀ ਨੇਗੇ, ਬੜੇ ਪੁਰਾਣੇ ਲਾਲਚੀ ਨੇ। ਤੇ ਕਈ ਵਾਰਾਂ ਇਸਤਰੀ ਸਰੂਪ, ਕਿਉਂਕਿ ਕੇਸਾਂ ਤੋਂ ਤਾਂ ਸਿਆਣ ਹੋਣੀ ਸੀ, ਲੰਬੇ ਕੇਸਾਂ ਤੋਂ ਕੀ ਸਿੱਖੇਗਾ, ਕਈ ਵਾਰੀ ਇਸਤਰੀ ਸਰੂਪ ਚਿਹਰਾ ਜਿਹੜਾ ਹੈ ਨਾ, ਉਹਨੂੰ ਲਿਜਾ ਕੇ ਆਖਣਾ ਕਿ ਇਹ ਸਿੱਖ ਦਾ ਸਰੂਪ ਹੈਗਾ ਹੈ। ਸੋ ਕਈ ਵਾਰੀ ਫਿਰ ਕਹਿ ਦਿੱਤਾ ਜਾਂਦਾ ਹੈ ਵੀ ਉਸ ਸਮੇਂ ਫਿਰ ਕਈ ਲੋਕਾਂ ਨੇ ਕੰਨਾਂ ਦੇ ਵਿੱਚ ਜਾਂ ਨੱਕ ਦੇ ਵਿੱਚ ਜਿਹੜੀ ਮੁਰਕੀਆਂ ਪਾਉਣੇ ਨੇ, ਜਾਂ ਇਸ ਰਿਵਾਜ ਜਿਹੜਾ ਸੀ ਨਾ, ਇਹ ਆਰੰਭ ਹੋਇਆ ਸੀ। ਜਿਵੇਂ ਆਪਾਂ ਕਈ ਵਾਰੀ ਅੱਗੇ ਵੀ ਬੇਨਤੀ ਕੀਤੀ ਹੈ ਕਿ ਜਿਹੜਾ ਪਿੱਛੇ ਜੂੜਾ ਕਰਦੇ ਆ ਨਾ ਆਪਾਂ ਬੱਚੇ, ਸਾਡੇ ਨੌਜਵਾਨ ਵੀਰ, ਉਹ ਸਾਹਮਣੇ ਜੂੜਾ ਨਹੀਂ ਕਰਦੇ, ਪਿੱਛੇ ਗਿੱਚੀ ਦੇ ਵਿੱਚ ਜੂੜਾ ਕਰਦੇ ਨੇ। ਇਹਦਾ ਵੀ ਪਿਛੋਕੜ ਇੱਕ ਹੈਗਾ। 1984 ਦੇ ਵਿੱਚ ਜਰਨੈਲ, ਵੱਡਾ ਜਰਨੈਲ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚੋਂ ਸੀਗਾ, ਉਹਨੇ ਇੱਕ ਕਿਤਾਬ ਲਿਖੀ ਸੀਗੀ 1984, ਸਿੱਖ ਨਸਲਕੁਸ਼ੀ 1984। ਉਹਦੇ ਵਿੱਚ ਇੱਕ ਗੱਲ ਲਿਖਦਾ, ਉਹ ਕਹਿੰਦੇ ਵੀ ਜਦੋਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਬਚਾਉਣਾ ਸੀ ਨਾ, ਤੇ ਪਿੱਛੇ ਗੁੱਤ ਕਰ ਦਿੱਤੀ ਸੀ ਸਿੱਖ ਬੱਚਿਆਂ ਦੀ, ਜਿਨ੍ਹਾਂ ਦੇ ਮੂੰਹ ਦੇ ਉੱਪਰ ਦਾੜੀ ਨਹੀਂ ਹੈਗੀ ਸੀ, ਤੇ ਬੱਚੀਆਂ ਵਾਲੇ, ਲੜਕੀਆਂ ਵਾਲੇ ਕੱਪੜੇ ਉਹਨਾਂ ਨੂੰ ਪਹਿਨਾ ਦਿੱਤੇ ਸੀ ਕਿ ਤਾਂ ਕਿ ਲੋਕ ਇਸ ਕਰਕੇ ਛੱਡ ਜਾਣ, ਉਹ ਜਿਹੜੇ ਆਏ ਨੇ ਮਾਰਨ ਵਾਸਤੇ, ਉਹ ਇਸ ਕਰਕੇ ਛੱਡ ਜਾਣ ਕਿ ਇਹ ਸਿੱਖ ਨਹੀਂ ਹੈਗਾ, ਇਹ ਲੜਕੀ ਹੈਗਾ, ਇਹ ਸਿੱਖ ਨਹੀਂ ਹੈਗਾ, ਕਿਉਂਕਿ ਦਾੜੀ ਨਹੀਂ ਸੀਗੀ। ਸੋ ਅੱਜ ਬੱਚਿਆਂ ਨੇ, ਉਹਨਾਂ ਨੇ ਫੈਸ਼ਨ ਬਣਾ ਲਿਆ, ਉਹਨਾਂ ਦੇ ਲਈ ਇੱਕ ਟ੍ਰੈਂਡ ਹੈਗਾ, ਉਹਨਾਂ ਲਈ ਇੱਕ ਫੈਸ਼ਨ ਹੈਗਾ, ਬਟ ਇਹ ਫੈਸ਼ਨ ਨਹੀਂ ਹੈਗਾ, ਇਹ ਸਾਡੀ ਹਾਰ ਦੀ ਨਿਸ਼ਾਨੀ ਹੈ। ਸਾਡੀ ਮਾਵਾਂ ਨੇ ਸਾਨੂੰ ਕਿਸੇ ਸਮੇਂ ਇਸ ਤੋਂ ਬਚਾਉਣ ਵਾਸਤੇ, ਸਾਡੀ ਜਾਨ ਬਚਾਉਣ ਵਾਸਤੇ ਇਹ ਕੰਮ ਕੀਤਾ ਸੀਗਾ। ਪਰ ਕਈ ਵਾਰੀ ਸਾਨੂੰ ਇਉਂ ਲੱਗਦਾ ਵੀ ਸ਼ਾਇਦ ਉਹ ਬੜਾ ਫੈਸ਼ਨ ਹੈਗਾ। ਫੈਸ਼ਨ ਫੂਸ਼ਨ ਕੋਈ ਨਹੀਂ ਹੈ, ਉਹ ਸਾਡੀ ਹਾਰ ਦੀ ਨਿਸ਼ਾਨੀ ਹੈ। ਸੋ ਇਸ ਕਰਕੇ ਕੁਝ ਗੱਲਾਂ ਨੇ ਜਿਹੜੀਆਂ ਕਿਸ ਕਾਰਨ ਬਣੀਆਂ ਨੇ, ਉਹ ਸਿਰਫ ਸਗੋਂ ਅੱਗੇ ਜਾ ਕੇ ਚੱਲਣ ਲੱਗ ਪੈਂਦੀਆਂ ਨੇ, ਅੱਗੇ ਜਾ ਕੇ। ਜਿਵੇਂ ਹੁਣ ਆਪਣੇ ਸਿੱਖ ਦੇ ਗਲ ਦੇ ਵਿੱਚ ਕਿਰਪਾਨ ਹੈ, ਜਿਹੜੀ ਆਪਾਂ ਕਿਰਪਾਨ ਪਹਿਨੀ ਹੋਈ ਹੈ, ਇਹ ਕਿਰਪਾਨ ਜਿਹੜੀ ਹੈ ਸਾਡੀ ਹਿਫਾਜ਼ਤ ਲਈ ਬਣੀ ਹੋਈ ਹੈ, ਦੂਜੇ ਦੀ ਹਿਫਾਜ਼ਤ ਲਈ ਬਣੀ ਹੋਈ ਹੈ। ਬਟ ਅਸੀਂ ਇਸ ਕਿਰਪਾਨ ਨੂੰ ਆਖੀਏ ਕਿ ਇਸ ਕਿਰਪਾਨ ਰਾਹੀਂ ਪ੍ਰਮਾਤਮਾ ਲੱਭ ਜਾਣਾ ਹੈ, ਇਹ ਗੱਲ ਨਹੀਂ ਹੈਗੀ। ਕਿਉਂਕਿ ਗੱਲ ਦੋਵੇਂ ਇੱਕੋ ਜੀਆਂ ਨੇ। ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ। ਪੰਡਤ ਜੀ, ਜਨੇਊ ਉਹ ਪਾਓ ਜਿਹੜੀ ਮੇਰੇ ਜਿੰਦ ਦਾ ਹੋਵੇ, ਜਿਹੜੀ ਮੇਰੇ ਅੰਦਰ ਆਤਮਕ ਨੂੰ ਸਵਾਰੇ। ਬਾਹਰ ਦਾ ਜਨੇਊ ਮੈਂ ਕੀ ਕਰਨਾ ਹੈ? ਸੋ ਇਹ ਵੀ ਤਾਂ ਇੱਕ ਕੱਪੜਾ ਹੀ ਹੈ ਨਾ, ਜਿਹੜਾ ਅਸੀਂ ਗਲ ਦੇ ਵਿੱਚ ਗਾਤਰਾ ਪਾਇਆ, ਉਹਦੇ ਵਿੱਚ ਹੈ ਤਾਂ ਲੋਹਾ 5 ਤੱਤਾਂ ਦਾ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਨਾ ਮਨ ਲੱਗੇ ਨਾ ਇਹ ਟੁੱਟੇ, ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ, ਨਾ ਇਹ ਸੜਦਾ ਏ ਨਾ ਇਹਨੂੰ ਮੈਲ ਲੱਗਦੀ ਹੈ। ਉਹ ਦਇਆ ਦਾ ਜਿਹੜਾ ਹਿਰਦੇ ਦੇ ਵਿੱਚ ਹੈ। ਸੋ ਇਸ ਕਰਕੇ ਜਿਹੜਾ ਕੇਸਾਂ ਦੇ ਵਿੱਚ ਰੱਖਿਆ ਹੋਇਆ ਕੰਘਾ ਹੈ, ਉਹ ਸਾਡੇ ਕੇਸਾਂ ਨੂੰ ਸਵਾਰਦਾ ਹੈ, ਸਾਫ਼ ਰੱਖਦਾ ਹੈ। ਹੱਥ ਦੇ ਵਿੱਚ ਪਾਇਆ ਹੋਇਆ ਕੜਾ, ਇਹ ਸਾਡੇ ਭਰਮ ਕੱਢਦਾ ਹੈ, ਸਾਡੇ ਅੰਦਰ ਦੇ ਵਹਿਮਾਂ ਨੂੰ ਕੱਢਦਾ ਹੈ। ਭਰਮਾਂ ਦੇ ਵਿੱਚੋਂ ਨਿਕਲਦਾ ਬੰਦਾ ਕਿ ਜਿਹੜਾ ਕੜਾ ਪਾਲਿਆ, ਕੜਾ ਉਦੋਂ ਬਣਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਪੰਡਤ ਸਾਹਿਬ ਜੀ ਜਾ ਕੇ ਕਹਿੰਦੇ ਸੀ, ਮਹਾਰਾਜ ਤੁਹਾਡੇ ਉੱਤੇ ਇੰਨੀਆਂ ਔਕੜਾਂ ਤਾਂ ਆਉਂਦੀਆਂ ਨੇ, ਤੁਹਾਡੇ ਤੇ ਸ਼ਨੀ ਗ੍ਰਹਿ ਦਾ ਜਿਹੜਾ ਵਾਸਾ ਬਣ ਚੁੱਕਾ ਹੈ, ਸ਼ਨੀ ਗ੍ਰਹਿ ਦਾ ਤੁਹਾਡੇ ਉੱਪਰ ਪ੍ਰਵੇਸ਼ ਹੈ। ਮਹਾਰਾਜ ਕਹਿੰਦੇ ਕੀ ਕਰਨਾ ਪਏਗਾ? ਕਹਿੰਦੇ ਲੋਹਾ ਦਾਨ ਕਰਨਾ ਪਏਗਾ। ਦਾਨ ਕੀਤਾ, ਸਿੱਖਾਂ ਨੇ ਜਾ ਕੇ ਖੋਲਿਆ, ਫਿਰ ਉਹੀ ਲੋਹਾ ਲਿਆ ਕੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਲਿਆ ਕੇ ਤੇ ਕੜੇ ਬਣਾ ਕੇ ਸਿੱਖਾਂ ਨੇ ਹੱਥ ਦੇ ਵਿੱਚ ਪਾਲੇ ਸਨ। ਉਦੋਂ ਫਿਰ ਇਹ ਕੜਾ ਹੱਥ ਦੇ ਵਿੱਚ ਪਿਆ। ਵੈਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਪਹਿਨਦੇ ਸਨ, ਪਰ ਇਹ ਕੜਾ ਜਿਹੜਾ ਸੀਗਾ, ਇਹ ਮਹਾਰਾਜ ਨੇ ਕਿਹਾ ਵੀ ਸੋਨੇ ਦੇ ਨਾਲ ਸਾਡਾ ਕੋਈ ਨੇਹ ਨਹੀਂਗਾ। ਅਸਲ ਦੇ ਵਿੱਚ ਉਹ ਵਸਤੂਆਂ ਪਹਿਨਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਲਾਭ ਮਿਲੇ, ਕੁਝ ਸਾਡੀ ਹਿਫਾਜ਼ਤ ਹੋਵੇ।
ਬਟ ਇਹ ਧਰਮ ਜੇ ਰੱਬ ਨੂੰ ਨਹੀਂ ਦੇ ਸਕਦੇ, ਸਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਦੁਤੀਆ ਦੁਰਮਤ ਦੂਰ ਕਰ, ਗੁਰ ਸੇਵਾ ਕਰ ਨੀਤ, RAM ਰਤਨ ਮਨ ਤਨ ਬਸੇ। ਰੱਬ ਦਾ ਨਾਮ ਤੇਰੇ ਮਨ ਤੇ ਤਨ ਦੇ ਵਿੱਚ ਵਸ ਜਾਵੇਗਾ। ਤਜ ਕਾਮ ਕ੍ਰੋਧ ਲੋਭ ਮੀਤ, ਕਹਿੰਦੇ ਆਪਣੇ ਅੰਦਰ ਦੇ ਕਾਮ ਨੂੰ, ਕ੍ਰੋਧ ਨੂੰ ਤੇ ਲੋਭ ਨੂੰ ਮੇਰੇ ਮਿੱਤਰ ਛੱਡ ਦੇ। ਕਿੰਨੇ ਪਿਆਰੀ ਬੋਲ ਹੈਗੇ ਨੇ। RAM ਰਤਨ ਮਨ ਤਨ ਬਸੇ, ਤਜ ਕਾਮ ਕ੍ਰੋਧ ਲੋਭ ਮੀਤ। ਐਵੇਂ ਲੱਗਦਾ ਨਾ ਵੀ ਗੁਰੂ ਅਰਜਨ ਸਾਹਿਬ ਜੀ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਨੇ, ਮਿੱਤਰਾ ਇਹ ਕੰਮ ਛੱਡ ਦੇ, ਚੰਗੇ ਨਹੀਂ ਹੈਗੇ। ਕ੍ਰੋਧ ਕਰਨਾ, ਲੋਭ ਕਰਨਾ, ਕਾਮ ਕਰਨਾ, ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ, ਇਹਨਾਂ ਨੂੰ ਛੱਡ ਦੇ। ਮਰਨ ਮਿਟੇ ਜੀਵਨ ਮਿਲੇ। ਫਿਰ ਕਹਿੰਦੇ ਜਿਹੜੀ ਨਿਤ ਦੀ ਤੂੰ ਆਤਮਕ ਮੌਤ ਮਰਦਾ ਨਾ, ਤੇਰੀ ਖਤਮ ਹੋ ਜਾਏਗੀ। ਜੀਵਨ ਮਿਲੇਗਾ ਤੈਨੂੰ ਕੁਛ ਇਹਦੇ ਵਿੱਚੋਂ ਲੱਭੇਗਾ। ਬਿਨਸੇ ਸਗਲ ਕਲੇਸ਼, ਹਰ ਪ੍ਰਕਾਰ ਦਾ ਕਲੇਸ਼ ਤੇਰੇ ਅੰਦਰ ਜਿਹੜਾ ਪਿਆ ਹੋਇਆ ਨਾ ਉਹ ਖਤਮ ਹੋ ਜਾਏਗਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਆਪ ਤਜੋ ਗੋਬਿੰਦ ਭਜੋ। ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਆਪ ਦਾ ਤਿਆਗ ਕਰ ਦਿਓ। ਤਿਆਗ ਤੋਂ ਭਾਵ ਹੁੰਦਾ ਹੈ ਆਪਣੇ ਅੰਦਰ ਦੀ ਹਉਮੈ ਨੂੰ ਖਤਮ ਕਰ ਦੇਣਾ, ਆਪਣੇ ਅੰਦਰ ਦੇ ਅਹੰਕਾਰ ਨੂੰ ਖਤਮ ਕਰ ਦੇਣਾ। ਗੋਬਿੰਦ ਭਜੋ, ਪਰਮਾਤਮਾ ਜੀ ਦਾ ਨਾਮ ਜਪੋ, ਭਾਓ ਭਗਤ ਪ੍ਰਵੇਸ਼। ਤੇ ਕਹਿੰਦੇ ਨੇ ਭਗਤੀ ਦੇ ਵਿੱਚ ਪ੍ਰਵੇਸ਼ ਹੋ ਜਾਏਗਾ, ਭਗਤੀ ਮਿਲ ਜੇਗੀ ਤੈਨੂੰ। ਲਾਭ ਮਿਲੇ ਤੋਟਾ ਹੀ ਰਹੇ, ਫਿਰ ਤੈਨੂੰ ਲਾਭ ਹੀ ਮਿਲਦਾ ਰਹੇਗਾ, ਤੋਟਾਂ ਜਿਹੜੀਆਂ ਨੇ ਖਤਮ ਹੋ ਜਾਣਗੀਆਂ ਤੇਰੀਆਂ ਸਾਰੀਆਂ। ਹਰ ਦਰਗਾਹ ਪਤਵੰਤ, ਤੇ ਦਰਗਾਹ ਦੇ ਵਿੱਚ ਤੂੰ ਬੜਾ ਪਵਿੱਤਰ ਮੰਨਿਆ ਜਾਏਗਾ, ਦਰਗਾਹ ਦੇ ਵਿੱਚ ਬੜਾ ਸੁਚੱਜਾ ਮੰਨਿਆ ਜਾਏਗਾ। RAM ਰਤਨ, RAM ਨਾਮ ਧਨ ਸੰਚਵੈ। ਰੱਬ ਦੇ ਨਾਮ ਨੂੰ, ਧਨ ਨੂੰ ਸੰਚ ਇਕੱਠਾ ਕਰ, ਸਾਤਸ਼ਾਹ ਭਗਵੰਤ। ਤੇ ਮਹਾਰਾਜ ਪਤਾ ਕੀ ਕਹਿੰਦੇ ਨੇ, ਕਹਿੰਦੇ ਊਠਤ ਬੈਠਤ ਹਰ ਭਜੋ, ਸਾਧੂ ਸੰਗ ਪ੍ਰੀਤ। ਕਈ ਵਾਰੀ ਨਾ ਇਹੋ ਜਿਹੀਆਂ ਗੱਲਾਂ ਗੁਰਬਾਣੀ ਦੇ ਵਿੱਚ ਨੇ ਜਿਹੜੀਆਂ ਸੰਸਾਰ ਦੇ ਵਿੱਚ ਹੁੰਦੀਆਂ ਵੀ ਨੇ, ਪਰ ਜਦੋਂ ਗੁਰਬਾਣੀ ਕਹਿ ਦਿੰਦੀ ਆ ਉਦੋਂ ਅਸੀਂ ਮੰਨਦੇ ਨਹੀਂ ਵੀ ਇਵੇਂ ਕਿਵੇਂ ਹੋ ਸਕਦਾ ਹੈ। ਕਦੀ ਤੁਸੀਂ ਵੇਖੋ ਵੀ ਊਠਤ ਬੈਠਤ ਹਰ ਭਜੋ, ਥੋੜਾ ਜਾਣਾ ਇਹ ਥੋੜੀ ਜੀ ਹਾਸੋਹੀਣੀ ਜੀ ਗੱਲ ਹੈ। ਜਦੋਂ ਅਸੀਂ ਬੈਠਦੇ ਆ ਨਾ ਤੇ ਗੋਡੇ ਦੇ ਵਿੱਚ ਦਰਦ ਹੋਵੇ ਤੇ ਅਸੀਂ ਬੈਠ ਕੇ ਹੱਥ ਗੋਡੇ ਤੇ ਲਾ ਕੇ ਉਦੋਂ ਵੀ ਕਹਿੰਦੇ ਨੇ ਵਾਹਿਗੁਰੂ। ਤੇ ਜਦੋਂ ਅਸੀਂ ਉੱਠਣ ਲੱਗਦੇ ਆ, ਜਦੋਂ ਉਦੋਂ ਵੀ ਗੋਡੇ 'ਚ ਦਰਦ ਹੋਵੇ ਤੇ ਅਸੀਂ ਗੋਡੇ ਤੇ ਹੱਥ ਰੱਖ ਕੇ ਕਹਿ ਦਿੰਦੇ ਆ ਵਾਹਿਗੁਰੂ। ਮਤਲਬ ਗੋਡੇ ਦੇ ਦਰਦ ਨੇ ਸਾਨੂੰ ਵਾਹਿਗੁਰੂ ਕਢਾ ਲਿਆ। ਪਰ ਕਿੰਨਾ ਚੰਗਾ ਹੋਵੇ ਜੇ ਗੋਡੇ ਦੇ ਦਰਦ ਦੇ ਵਿੱਚੋਂ ਵਾਹਿਗੁਰੂ ਕੱਲਾ ਛੱਡ ਕੇ ਸਭ ਬਿਲਕੁਲ ਸਿੱਧਾ ਹੀ ਪ੍ਰਮਾਤਮਾ ਦੇ ਨਾਲ ਸਾਡਾ ਸੰਬੰਧ ਹੋਵੇ। ਤਾਂ ਹੀ ਕਹਿੰਦੇ ਨੇ ਊਠਤ ਬੈਠਤ ਹਰ ਭਜੋ। ਗੋਡੇ ਦੇ ਦਰਦ ਦੇ ਵਿੱਚੋਂ ਵਾਹਿਗੁਰੂ ਨਿਕਲਿਆ ਤੇ ਮਤਲਬ ਉਹਦੇ ਵਿੱਚ ਵੀ ਕੋਈ ਨਾ ਕੋਈ ਹੈਗਾ ਹੈ ਵੀ ਸਾਨੂੰ ਵਾਹਿਗੁਰੂ ਚੇਤੇ ਆਵੇ, ਵੀ ਉਹਦੇ ਨਾਲ ਕਰਕੇ ਸਾਡੇ ਗੋਡੇ ਦਾ ਦਰਦ ਠੀਕ ਹੋ ਜਾਵੇ। ਥਾਂ ਥਾਂ ਤੇ ਲਾਲਚ ਹੈ, ਮਤਲਬ ਸਾਨੂੰ ਹਰ ਇੱਕ ਥਾਂ ਦੇ ਉੱਤੇ, ਕਿਸੇ ਵੀ ਥਾਂ ਜੋਗੇ ਥਾਂ ਦੇ ਵਿੱਚ ਅਸੀਂ ਪ੍ਰਮਾਤਮਾ ਨੂੰ ਨਹੀਂ ਰੱਖਿਆ, ਪਹਿਲ ਨਹੀਂ ਦਿੱਤੀ। ਗੋਡੇ ਦੇ ਦਰਦ ਨੇ ਸਾਨੂੰ ਵਾਹਿਗੁਰੂ ਕਢਾ ਦਿੱਤਾ, ਗੋਡੇ ਦੇ ਦਰਦ ਨੇ ਸਾਡੇ ਮੁਖ ਦੇ ਵਿੱਚੋਂ ਰੱਬ ਨਿਕਲਿਆ। ਤੇ ਕਿੰਨਾ ਚੰਗਾ ਹੋਵੇ ਜੇ ਇਹਨਾਂ ਦਰਦਾਂ ਨੂੰ ਛੱਡ ਕੇ, ਇਹਨਾਂ ਪੀੜਾਂ ਨੂੰ ਛੱਡ ਕੇ ਵਾਹਿਗੁਰੂ ਨਾਲ ਸਿੱਧੀ ਪ੍ਰੀਤ ਬਣ ਜੇ। ਭਾਵੇਂ ਦਰਦ ਹੋਵੇ ਚ ਨਾ ਹੋਵੇ, ਤਦੋਂ ਵੀ ਵਾਹਿਗੁਰੂ ਸਾਨੂੰ ਚੇਤੇ ਰਵੇ। ਊਠਤ ਬੈਠਤ ਹਰ ਵੇਲੇ ਪ੍ਰਮਾਤਮਾ ਸਾਨੂੰ ਚੇਤੇ ਆਵੇ। ਤੇ ਚੰਗਿਆਂ ਦੇ ਵਿੱਚ ਬੈਠੇ ਹੋਈਏ, ਚਾਹੇ ਅਸੀਂ ਕਿਤੇ ਜਾ ਰਹੇ ਹੋਈਏ, ਸਾਡੇ ਧਿਆਨ ਦੇ ਵਿੱਚ ਪ੍ਰਮਾਤਮਾ ਹੋਵੇ, ਵਾਹਿਗੁਰੂ ਹੋਵੇ। ਹਰ ਭਜੋ ਸਾਧੂ ਸੰਗ ਪ੍ਰੀਤ, ਸਾਧੂਆਂ ਦੀ ਸੰਗਤ ਦੇ ਵਿੱਚ ਆ ਕੇ ਪ੍ਰਮਾਤਮਾ ਨਾਲ ਪ੍ਰੀਤ ਕਰੀਏ। ਨਾਨਕ ਦੁਰਮਤ ਛੁੱਟ ਗਈ, ਇਸ ਕਰਮ ਦੇ ਨਾਲ ਭੈੜੀ ਮਤ ਖਤਮ ਹੋ ਜਾਂਦੀ ਹੈ। ਬਾਰ ਬ੍ਰਹਮ ਬਸੇ ਚੀਤ, ਪ੍ਰਮਾਤਮਾ ਸਾਡੇ ਹਿਰਦੇ ਦੇ ਵਿੱਚ ਆਣ ਕੇ, ਚਿੱਤ ਦੇ ਵਿੱਚ ਆਣ ਕੇ ਵਸ ਜਾਂਦਾ ਹੈ। ਸਾਰਿਆਂ ਦੇ ਵਿੱਚ ਹੈ, ਪਰ ਜਿਹਨੂੰ ਅਸੀਂ ਚੇਤੇ ਕੀਤਾ ਫਿਰ ਉਹ ਚਿੱਤ ਦੇ ਵਿੱਚ ਆ ਕੇ ਵਸ ਗਿਆ। ਕਈ ਵਾਰ ਅਸੀਂ ਕਹਿੰਦੇ ਆ ਪ੍ਰਮਾਤਮਾ ਨੂੰ ਚੇਤੇ ਨਹੀਂ ਰਹਿੰਦਾ, ਸਾਡੇ ਚੇਤੇ ਨਹੀਂ ਰਹਿੰਦਾ। ਸਮਝ ਲਓ ਕਿ ਜਦੋਂ ਅਸੀਂ ਕੋਈ ਵਸਤੂ ਭੁੱਲ ਜਾਂਦੇ ਆ ਨਾ, ਭੁੱਲਣ ਤੋਂ ਬਾਅਦ ਜਦੋਂ ਕੋਈ ਸਪੈਸ਼ਲੀ ਉਹਦੇ ਵਾਸਤੇ ਚੀਜ਼ ਜਿਵੇਂ ਸਾਨੂੰ ਚਾਹੀਦੀ ਹੋਵੇ, ਜਿਵੇਂ ਮੰਨ ਕੇ ਚੱਲੋ ਵੀ ਸਾਨੂੰ ਰੋਟੀ ਨੂੰ ਚੇਤੇ ਨਹੀਂ ਕਰਨ ਦੀ ਲੋੜ, ਰੋਟੀ ਨੂੰ ਚੇਤੇ ਕਰਨ ਦੀ ਲੋੜ ਨਹੀਂ ਗੀ, ਸਾਨੂੰ ਪਤਾ ਹੀ ਲੱਗ ਜਾਂਦਾ ਵੀ ਹੁਣ ਭੋਜਨ ਛਕਣ ਦਾ ਸਮਾਂ ਹੋ ਗਿਆ ਹੈ, ਵੇਲਾ ਹੋ ਗਿਆ ਹੈ। ਸੋ ਇਸ ਕਰਕੇ ਜਿਵੇਂ ਮਹਾਰਾਜ ਕਹਿੰਦੇ, ਜਿਵੇਂ ਰੋਟੀ ਜਿਹੜੀ ਨੇ ਉਹਨੂੰ ਚੇਤੇ ਨਹੀਂ ਕਰਦਾ ਵੀ ਤੂੰ ਰੋਟੀ ਕਹਿੰਦਾ ਨਹੀਂ, ਜਦੋਂ ਤੈਨੂੰ ਭੁੱਖ ਲੱਗਦੀ ਉਹ ਤੈਨੂੰ ਚੇਤਾ ਆ ਜਾਂਦਾ ਹੈ। ਰੋਜ਼ੀ ਰੋਟੀ ਵਾਸਤੇ ਅਸੀਂ ਗੱਲ ਵੀ ਇਹ ਕਹਿੰਦੇ ਵੀ ਰੋਜ਼ੀ ਰੋਟੀ ਵਾਸਤੇ ਤਾਂ ਭੱਜੇ ਫਿਰਦੇ ਆ। ਕਹਿੰਦੇ ਐਵੇਂ ਹੀ ਪਰਮਾਤਮਾ ਨੂੰ ਚਿੱਤ ਦੇ ਵਿੱਚ ਰੱਖ, ਆਪਣੇ ਦਿਮਾਗ ਦੇ ਵਿੱਚ ਰੱਖ, ਉਹਨੂੰ ਚੇਤੇ ਦੇ ਵਿੱਚ ਵਿਸਰ ਨਾ ਦੇ, ਭੁੱਲਣ ਨਾ ਦੇ। ਪਰਮਾਤਮਾ ਨੂੰ ਹਰ ਵੇਲੇ ਚੇਤੇ ਦੇ ਵਿੱਚ ਰੱਖਣਾ ਹੈ। ਜਦੋਂ ਪਰਮਾਤਮਾ ਨੂੰ ਚੇਤੇ ਦੇ ਵਿੱਚ ਰੱਖੇਗਾ ਨਾ, ਫਿਰ ਪਰਮਾਤਮਾ ਤੇਰੇ ਹਿਰਦੇ ਦੇ ਵਿੱਚ ਆਣ ਕੇ ਟਿਕ ਜਾਏਗਾ, ਤੈਨੂੰ ਚੰਗੇ ਗੁਣ ਮਿਲਣਗੇ,
ਚੰਗਿਆਈਆਂ ਮਿਲਣਗੀਆਂ, ਚੰਗੀ ਬੋਲ ਮਿਲਣਗੇ, ਮਿੱਠਾ ਬੋਲਣਾ ਸਿੱਖੇਗਾ, ਨਿੰਦਿਆ ਕਰਨ ਤੋਂ ਹਟ ਜਾਏਗਾ, ਨਿੰਦਿਆ ਸੁਣ ਤੋਂ ਹਟ ਜਾਏਗਾ ਤੇ ਕੇਵਲ ਇੱਕ ਹੀ ਗੱਲ ਆਖੇਗਾ ਕਿ ਪ੍ਰਮਾਤਮਾ ਹੁਣ ਇਹ ਸੰਸਾਰ ਵੀ ਚੰਗਾ ਹੈ, ਤੂੰ ਵੀ ਚੰਗਾ ਹੈ, ਜੇ ਇਹਨਾਂ ਸਾਰਿਆਂ ਦੇ ਵਿੱਚੋਂ ਮਾੜਾ ਹੈ ਤਾਂ ਉਹ ਮੈਂ ਹਾਂ। ਹਮ ਤਜ ਭਲੋ ਸਭ ਕੋਇ, ਸਾਰਾ ਸੰਸਾਰ ਚੰਗਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ, ਸਭਨਾਂ ਨੂੰ ਦੇਹ ਰੋਗਤਾ ਦੀਆਂ ਦਾਤਾ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ